ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰ ਭੈਣ ਜਿੰਨੇ ਵੀ ਸਾਡੇ ਨਾਲ ਫੇਸਬੁੱਕ 'ਤੇ ਜੁੜੇ ਆਪਾਂ, ਅੱਜ ਸਬੱਬ ਬਣਿਆ ਵੀਰ ਕਰਨਵੀਰ ਸਿੰਘ ਜੀ ਨਾਰਲੀ ਹੁਣਾਂ ਦੇ ਨਾਲ ਇਕੱਠੇ ਹੋਣ ਦਾ, ਅਤੇ ਕੋਸ਼ਿਸ਼ ਕੀਤੀ ਹੈ ਵੀ ਕਿਉਂ ਨਾ ਹੋਵੇ ਵੀ ਆਪਾਂ ਰਲ ਮਿਲ ਕੇ ਕੋਈ ਸਮਾਂ ਜੋ ਦਿਲ ਦੀਆਂ ਗੱਲਾਂ ਜੋ ਵਿਚਾਰਾਂ ਆਪਾਂ ਰਲ ਮਿਲ ਕੇ ਆਪਣੇ ਦੋਸਤਾਂ ਨਾਲ, ਸੱਜਣਾ ਮਿੱਤਰਾਂ ਨਾਲ, ਜੋ ਭੈਣ ਭਰਾ ਸਾਰੇ ਆਪਾਂ ਰਲ ਮਿਲ ਕੇ ਕੁਝ ਨਾ ਕੁਝ ਵਿਚਾਰ ਸਾਂਝੇ ਕਰੀਏ। ਅਤੇ ਇਹਨਾਂ ਸਵਾਲਾਂ ਦੇ ਅੰਦਰ ਜਿਹੜੀ ਆਪਾਂ ਗੱਲਬਾਤ ਕਰਨੀ, ਤੁਹਾਡੇ ਵੀ ਮਨ ਦੇ ਅੰਦਰ ਕੋਈ ਸ਼ੰਕਾ ਹੋਵੇ, ਕੋਈ ਸੁਝਾਅ ਹੋਵੇ, ਤੁਸੀਂ ਇਸ ਵੀਡੀਓ ਦੇ ਥੱਲੇ ਜੋ ਕਮੈਂਟ ਹੈ ਉਹਦੇ ਵਿੱਚ ਕਰਕੇ ਆਪਣੀ ਜਿਹੜੀ ਗੱਲਬਾਤ ਆ ਉਹ ਸਾਂਝੀ ਕਰ ਸਕਦੇ ਹੋ, ਜਿਹੜਿਆਂ ਵੀਰਾਂ ਨੂੰ ਚੰਗੀ ਲੱਗਦੀ ਹੋਵੇ। ਸੋ ਜਿੱਦਾਂ ਆਪਾਂ ਅਕਸਰ ਵੀ ਅੱਜ ਵੀ ਆਪਾਂ ਜਦੋਂ ਸਮਾਜ ਅੰਦਰ ਇਸ ਗੱਲ ਵੱਲੇ ਆਪਾਂ ਝਾਤ ਮਾਰਦੇ ਹਾਂ, ਜਿਹੜੇ ਅੱਜ ਦੇ ਹਾਲਾਤ ਆ ਇੱਥੇ ਪੰਜਾਬ ਦੀ ਧਰਤੀ ਦੇ ਜਾਂ ਬਾਹਰ ਲਾ ਲਓ, ਜਿਹੜੇ ਵੀਰ ਸਾਡੇ 'ਚੋਂ ਭੈਣਾਂ ਗੁਰਬਾਣੀ ਨੂੰ ਸਮਝਦੇ ਹੋਣਗੇ, ਵਿਚਾਰਦੇ ਹੋਣਗੇ, ਅਤੇ ਉਹਨਾਂ ਨੂੰ ਬੜਾ ਸੌਖਾ ਇਸ ਗੱਲ ਬਾਰੇ ਸਮਝ ਆ ਜਾਂਦੀ ਹੈ ਵੀ ਗੁਰੂ ਸਾਹਿਬ ਨੇ ਸਾਨੂੰ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਜਿਹੜੀ ਖੱਡ ਦੇ ਵਿੱਚੋਂ ਕੱਢਿਆ ਸੀ, ਬੁਰਾਈਆਂ ਵਿੱਚੋਂ, ਜੋ ਇੱਥੋਂ ਦੇ ਹਾਲਾਤ ਹੋਇਆ ਕਰਦੇ ਸੀ, ਵੀ ਇੱਥੋਂ ਦੇ ਲੋਕ ਧਾਰਮਿਕ ਬਹੁਤ ਸੀ, ਕੋਈ ਘਾਟ ਨਹੀਂ ਸੀ। ਵੀ ਧਾਰਮਿਕ ਸਥਾਨ ਉਦੋਂ ਵੀ ਬਹੁਤ ਸੀ, ਪੁਜਾਰੀ ਉਦੋਂ ਵੀ ਬਹੁਤ ਵੱਡੇ ਵੱਡੇ ਇੱਥੇ ਰਹਿੰਦੇ ਸੀ, ਗਿਆਨ ਦੇਣ ਵਾਲੇ, ਗੱਲਾਂ ਕਰਨ ਵਾਲੇ, ਉਪਦੇਸ਼ ਦੇਣ ਵਾਲੇ। ਪਰ ਉਹ ਕਿਹੜਾ ਕਾਰਨ ਸੀ ਜਿਹਦੇ ਕਾਰਨ ਗੁਰੂ ਸਾਹਿਬ ਨੂੰ ਗੁਰਬਾਣੀ ਦੇ ਅੰਦਰ ਇਹ ਵੀ ਗੱਲ ਕਹਿਣੀ ਪੈ ਗਈ ਵੀ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਜਿਹੜੇ ਲੋਕ ਉਹਨਾਂ ਸਮਿਆਂ ਦੇ ਵਿੱਚ ਧਾਰਮਿਕ ਆਗੂ ਸੀ, ਜਿਨ੍ਹਾਂ ਨੂੰ ਲੋਕ ਜਾ ਕੇ ਜਿਨ੍ਹਾਂ ਦੇ ਅੱਗੇ ਝੁਕਦੇ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਉਹਨਾਂ ਸਮਿਆਂ ਵਿੱਚ ਇੰਨੇ ਕਰੜੇ ਸ਼ਬਦ ਬੋਲਣੇ ਵੀ ਲੋਕਾਂ ਨੂੰ ਜਾਗਰਤੀ ਵਾਲੇ ਪਾਸੇ ਲੈ ਕੇ ਆਉਣਾ ਕਿ ਭਾਈ ਜਿਹੜੀ ਚੀਜ਼ ਦੇ ਵਿੱਚ ਤੁਸੀਂ ਉਲਝ ਕੇ ਰਹਿ ਗਏ ਹੋ, ਉਹ ਚਾਹੇ ਰੱਬ ਦਾ ਜਿਹੜਾ ਭੁਲੇਖਾ ਪਾਇਆ ਗਿਆ, ਜਿਹੜੀ ਅਸਲ ਚੀਜ਼ ਸੀ ਉਹ ਸਾਹਮਣੇ ਪੇਸ਼ ਪੁਜਾਰੀ ਨਹੀਂ ਸੀ ਕਰ ਸਕਿਆ, ਉਹਦੇ ਅੰਦਰ ਦੀ ਕਮਜ਼ੋਰੀ ਲਾ ਲਓ, ਉਹਨੇ ਆਪਣਾ ਘਰ ਭਰਨ ਦੀ ਗੱਲ ਲਾ ਲਓ, ਉਹਨੇ ਆਪਣੇ ਪੇਟ 'ਤੇ ਤਲ 'ਤੇ ਜਿਉਣ ਦੀ ਗੱਲ ਲਾ ਲਓ, ਵੀ ਉਹਨੇ ਜਿਹੜੀ ਅਸਲ ਚੀਜ਼ ਸੀ ਸਾਹਮਣੇ ਨਹੀਂ ਸੀ ਰੱਖੀ। ਹਮੇਸ਼ਾ ਝੂਠ ਦਾ ਹੀ ਜਿਹੜਾ ਉਹ ਸ਼ਿੰਗਾਰ ਕਰਕੇ ਲੋਕਾਂ ਨੂੰ ਸੱਚ ਬਣਾ ਬਣਾ ਕੇ ਪਰੋਸਦਾ ਰਿਹਾ, ਅਤੇ ਲੋਕ ਇੱਥੋਂ ਦੇ ਉਹਨਾਂ ਚੀਜ਼ਾਂ ਨੂੰ ਗ੍ਰਹਿਣ ਜੋ ਕਰਦੇ ਰਹੇ, ਜਿਹਨੂੰ ਅਸੀਂ ਆਸਾ ਕੀ ਵਾਰ ਦੀ ਬਾਣੀ ਅੰਦਰ ਵੀ ਗੁਰੂ ਸਾਹਿਬ ਨੇ ਕਿਹਾ ਵੀ ਮੁੱਖ ਝੂਠ ਵਿਭੂਖਣ ਸਾਰੰਗ। ਵੀ ਜਿਹੜਾ ਉਹਨਾਂ ਸਮਿਆਂ ਦਾ ਪੁਜਾਰੀ ਸੀ ਉਹ ਝੂਠ ਦੇ ਜਿਹੜੇ ਹੁੰਦੇ ਸੀ ਉਹ ਗਹਿਣੇ ਬਣਾ ਬਣਾ ਕੇ ਵੇਚਦਾ ਸੀ, ਅਤੇ ਜਿਹੜੇ ਲੋਕ ਜਾਂਦੇ ਸੀ ਉਹਨਾਂ ਨੂੰ ਇੱਦਾਂ ਲੱਗਦਾ ਸੀ ਵੀ ਨਹੀਂ, ਹਾਂ ਬੜੀ ਗੱਲ ਵਧੀਆ ਕਹਿਣ ਡਿਆ, ਇਹ ਸੱਚ ਹੀ ਹੋਣਾ, ਸੱਚ ਹੀ ਹੋਣਾ। ਪਰ ਗੁਰੂ ਸਾਹਿਬ ਨੇ ਉਹਨਾਂ ਸਮਿਆਂ ਦੇ ਅੰਦਰ ਸਾਨੂੰ ਇੱਕ ਕਿੰਨੀ ਵੱਡੀ ਇੱਕ ਲਹਿਰ ਚਲਾ ਕੇ ਦਿੱਤੀ, ਸਾਨੂੰ ਸੱਚ ਵਾਲਾ ਰਾਹ ਦੱਸਿਆ। ਅਤੇ ਗੁਰੂ ਸਾਹਿਬ ਨੇ ਉਦੋਂ ਵੀ ਧਾਰਮਿਕ ਲੋਕ ਹੋਣਗੇ, ਕਿੰਨੇ ਧਾਰਮਿਕ ਸਥਾਨ ਹੋਣਗੇ, ਜਿਹਨੂੰ ਇੱਦਾਂ ਵੀ ਆਪਾਂ ਪੜ੍ਹਦੇ ਹਾਂ ਵੀ ਧਰਮ ਪੰਖ ਕਰ ਉੱਡਰਿਆ, ਵੀ ਇਕੱਲੇ ਧਾਰਮਿਕ ਸਥਾਨ ਹੀ ਰਹਿ ਗਏ ਸੀ, ਪਰ ਵਿੱਚੋਂ ਜਿਹੜਾ ਧਰਮ ਨਾਂ ਦੀ ਚੀਜ਼ ਆ ਜਿਹਨੂੰ ਅਸੀਂ ਮੰਨਦੇ ਸੀ, ਉਹ ਉਹਦੇ ਵਿੱਚੋਂ ਖੰਭ ਲਾ ਕੇ ਜਿਹੜਾ ਉੱਡ ਗਿਆ, ਇਕੱਲੀਆਂ ਇਮਾਰਤਾਂ ਦਿਸਦੀਆਂ ਸੀ। ਸੋ ਅੱਜ ਵੀ ਜਦੋਂ ਅਸੀਂ ਇਹਨਾਂ ਚੀਜ਼ਾਂ ਵਾਲੇ ਪਾਸੇ ਅਸੀਂ ਜੋ ਧਿਆਨ ਦਿੰਦੇ ਹਾਂ, ਤਾਂ ਸਾਨੂੰ ਇੱਦਾਂ ਮਹਿਸੂਸ ਹੁੰਦਾ ਬਹੁਤ ਵਾਰ ਅਸੀਂ ਸੱਚ ਤੋਂ ਪਾਸਾ ਵੱਟ ਛੱਡਿਆ, ਅਸੀਂ ਸੱਚ ਲੋਕਾਂ ਨੂੰ ਦੱਸ ਨਾ ਸਕੇ। ਉਹ ਸਾਡੀਆਂ ਕੀ ਮਜਬੂਰੀਆਂ ਸੀ ਜਾਂ ਕੀ ਕਾਰਨ ਸੀ, ਕਿਉਂਕਿ ਜਦੋਂ ਆਪਾਂ ਵੀਰ ਜੀ ਇੱਥੇ ਪੰਜਾਬ ਦੀ ਧਰਤੀ 'ਤੇ ਰਹਿੰਦੇ ਹਾਂ, ਬੜੇ ਵੀਰ ਆ ਜਿਹੜੇ ਗ੍ਰੰਥੀ ਸਿੰਘਾਂ ਦੀ ਡਿਊਟੀ ਕਰਦੇ ਆ, ਬੜੇ ਵੀਰ ਆ ਜਿਹੜੇ ਕਥਾਵਾਚਕ ਜਿਹੜੇ ਵੱਡੀਆਂ ਵੱਡੀਆਂ ਸਟੇਜਾਂ 'ਤੇ ਜਾਂਦੇ ਜਾਂ ਬਾਹਰ ਜਾਂਦੇ ਆ ਜਾਂ ਥੱਲੇ ਆਮ ਗਰਾਊਂਡ ਲੈਵਲ 'ਤੇ ਕੰਮ ਕਰਦੇ ਆ। ਜਦੋਂ ਆਪਾਂ ਜਿਹੜਾ ਤੇ ਗ੍ਰੰਥੀ ਸਿੰਘ ਨੂੰ ਗੁਰਦੁਆਰੇ ਜਾ ਕੇ ਆਪਾਂ ਵੇਖਦੇ ਤਾਂ ਆਪਾਂ ਲੋਕਾਂ ਦੇ ਹਾਲਾਤ ਵੇਖਦੇ ਹਾਂ, ਅਤੇ ਲੋਕ ਜਦੋਂ ਅਸੀਂ ਬਾਣੀ ਖੁਦ ਗ੍ਰੰਥੀ ਪੜ੍ਹਦਾ ਬੰਦਾ ਜਾਂ ਪ੍ਰਚਾਰਕ ਪੜ੍ਹਦਾ, ਅਤੇ ਜਦੋਂ ਉਹਨੂੰ ਸਮਝਦੇ ਸਾਨੂੰ ਇੱਦਾਂ ਲੱਗਦਾ ਵੀ ਜਿੱਥੋਂ ਉਦੋਂ ਉਸ ਸਮੇਂ 'ਚ ਗੁਰੂ ਸਾਹਿਬ ਨੇ ਗੱਲ ਕੀਤੀ ਸੀ ਵੀ ਆਹ ਅਸਲ ਵਿੱਚ ਸੱਚ ਆ, ਆਹ ਰੱਬ ਆ, ਇਹਨੂੰ ਰੱਬ ਕਹਿੰਦੇ ਆ, ਇਹ ਤੇਰੇ ਅੰਦਰ ਹੋਣਾ ਚਾਹੀਦਾ, ਇਹ ਕਿੱਥੇ ਵੱਸਦਾ, ਇਹ ਕੋਈ ਵੱਖਰੇ ਸਮਾਨ 'ਤੇ ਜਾਂ ਕਿਤੇ ਵੱਖਰੀ ਜਗ੍ਹਾ 'ਤੇ ਨਹੀਂ ਰਹਿੰਦਾ ਜਿੱਥੇ ਜਾ ਕੇ ਤੂੰ ਲੱਭਣ ਦੀ ਕੋਸ਼ਿਸ਼ ਕਰਦਾ। ਜੇ ਤੁਸੀਂ ਅੱਜ ਗੁਰਦੁਆਰਿਆਂ ਵਿੱਚ ਵੇਖੋਗੇ ਤਾਂ ਅੱਜ ਵੀ ਕਿਤੇ ਨਾ ਕਿਤੇ ਅਸੀਂ ਇਸ ਚੀਜ਼ ਵਿੱਚ ਹੀ ਉਲਝੇ ਪਏ ਹਾਂ ਜਿੱਥੋਂ ਜਾ ਕੇ ਗੁਰੂ ਸਾਹਿਬ ਨੇ ਕੱਢਿਆ ਸੀ। ਗੁਰੂ ਸਾਹਿਬ ਨੇ ਉਹਨਾਂ ਵੇਲਿਆਂ ਵਿੱਚ ਕਾਜੀ ਨੂੰ ਕਿਹਾ, ਜੋਗੀ ਨੂੰ ਕਿਹਾ, ਪੰਡਤ ਨੂੰ ਕਿਹਾ, ਅਤੇ ਅੱਜ ਕਿਤੇ ਨਾ ਕਿਤੇ ਚਾਹੇ ਗ੍ਰੰਥੀ ਚਾਹੇ ਪ੍ਰਚਾਰਕ ਆ, ਮੈਨੂੰ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਉਹ ਜਿਹੜੀਆਂ ਪੰਕਤੀਆਂ ਉਹ ਸਾਡੇ ਖੁਦ ਦੇ ਉੱਤੇ ਵੀ ਕਿਤੇ ਨਾ ਕਿਤੇ ਢੁਕਦੀਆਂ, ਜਦੋਂ ਅਸੀਂ ਉਸ ਚੀਜ਼ ਨੂੰ ਸਾਹਮਣੇ ਸੰਗਤ ਦੇ ਸਾਹਮਣੇ ਉਹ ਰੱਖ ਨਹੀਂ ਸਕਦੇ। ਅਤੇ ਜੇ ਅਸੀਂ ਇਹ ਕਹਾਂਗੇ ਵੀ ਨਹੀਂ ਜੀ ਸੰਗਤ ਸੁਣਨਾ ਨਹੀਂ ਚਾਹੁੰਦੀ, ਮੈਂ ਕਹਿੰਦਾ ਵੀ ਹਰੇਕ ਬੰਦਾ ਅੱਜ ਸੁਣਨ ਵਾਸਤੇ ਉਤਾਵਲਾ, ਉਹ ਤੁਰਿਆ ਫਿਰਦਾ ਤੁਹਾਡੇ ਪਿੱਛੇ ਪਿੱਛੇ ਵੀ ਸਾਨੂੰ ਸੱਚ ਹੈ ਜਿਹੜਾ ਉਹ ਦੱਸਿਆ ਜਾਵੇ, ਵੀ ਸਾਡਾ ਅਸੀਂ ਮਾਨਸਿਕ ਤੌਰ 'ਤੇ ਰੋਗੀ ਹਾਂ, ਸਾਨੂੰ ਸਮਝ ਨਹੀਂ ਆਉਂਦੀ,
किन्ने लोग ਜਿਹੜੇ ਤੁਹਾਨੂੰ ਮਿਲਦੇ ਹੋਣਗੇ ਵੀ ਜਿਹੜੀ ਗੱਲ ਬਾਣੀ ਦੀ ਗੱਲ ਕਰੋ ਕਹਿੰਦੇ ਵੀ ਕਿੱਡੀ ਕਮਾਲ ਦੀ ਗੱਲ ਗੁਰੂ ਸਾਹਿਬ ਨੇ ਕਹੀ ਆ। ਅੱਜ ਕੋਈ ਕਰਾਮਾਤ ਦੀ ਗੱਲ ਕਰਦਾ ਉਹਨੂੰ ਜਦੋਂ ਤੁਸੀਂ ਆਪਣਾ ਪੱਖ ਰੱਖੋਗੇ ਨਹੀਂ ਗੁਰਬਾਣੀ ਤੇ ਆਹ ਗੱਲ ਯਾਰ ਕਹਿੰਦੀ ਆ, ਉਹ ਬੰਦਾ ਕਹਿੰਦਾ ਜੀ ਬਾਣੀ ਕਹਿੰਦੀ ਤੇ ਗੱਲ ਇਹ ਸਹੀ ਆ ਜੀ, ਹੈ ਨਾ ਜੀ। ਕਿਤੇ ਨਾ ਕਿਤੇ ਉਹਦੇ ਵਾਸਤੇ ਆਪਾਂ ਮੰਨ ਲਓ ਆਪਾਂ ਕੋਈ ਗੱਲਾਂ ਬਾਤਾਂ ਕਰਦੇ ਹਾਂ ਜਿੱਦਾਂ ਗੁਰਬਾਣੀ ਦੇ ਅੰਦਰ ਮੈਂ ਤੁਹਾਨੂੰ ਤੁਹਾਡੇ ਨਾਲ ਹੀ ਸਵਾਲ ਕਰਦਾ ਵੀ ਜਿਵੇਂ ਗੁਰੂ ਸਾਹਿਬ ਨੇ ਮੂਲ ਮੰਤਰ ਦੀ ਗੱਲ ਕੀਤੀ, ਰੱਬ ਦੀ ਗੱਲ ਕੀਤੀ ਹੈ, ਪਰਮਾਤਮਾ ਦੀ ਗੱਲ ਕੀਤੀ ਹੈ, ਵੀ ਇੱਥੋਂ ਦੇ ਲੋਕ ਜਿਹੜੇ ਉਲਝ ਚੁੱਕੇ ਸੀ। ਦੋ ਤਰ੍ਹਾਂ ਦੀ ਆਪਾਂ ਮੰਨਦੇ ਹਾਂ ਪੂਜਾ ਹੁੰਦੀ ਰਹੀ ਜਿਹੜੀ ਅੱਜ ਅਸੀਂ ਵੀ ਕਰੀ ਜਾਂਦੇ, ਜਾਂ ਡਰ ਕਰਕੇ ਜਾਂ ਲਾਲਚ ਕਰਕੇ, ਹੈ ਨਾ। ਜਾਂ ਤਾਂ ਰੱਬ ਦੀ ਪੂਜਾ ਲੋਕ ਤਾਂ ਕਰਦੇ ਸੀ ਵੀ ਸਾਨੂੰ ਕੁਝ ਨਾ ਕੁਝ ਪ੍ਰਾਪਤ ਹੋ ਜਾਵੇ ਜੀ, ਵੀ ਅਸੀਂ ਦੀ ਪੂਜਾ ਕਰਾਂਗੇ ਉਹ ਖੁਸ਼ ਹੋਏਗਾ, ਸਾਨੂੰ ਪੁੱਤ ਮਿਲ ਜਾਏਗਾ, ਸਾਨੂੰ ਧੀ ਮਿਲ ਜਾਏਗੀ। ਪਰ ਜਾਂ ਡਰ ਕਰਕੇ ਵੀ ਸਾਡਾ ਕੋਈ ਨੁਕਸਾਨ ਨਾ ਹੋ ਜਾਵੇ, ਕੋਈ ਕਰੋਪੀ ਨਾ ਆ ਜਾਵੇ, ਅਸੀਂ ਲੁੱਟੇ ਨਾ ਜਾਈਏ, ਵੀ ਜਿਹੜਾ ਰੱਬ ਆ ਜਿਹਦੀ ਪੂਜਾ ਕਰਾਂਗੇ ਉਹ ਸਾਨੂੰ ਬਚਾ ਲਏਗਾ, ਸਾਡੇ ਨਾਲ ਉਹ ਖੁਸ਼ ਹੋ ਜਾਏਗਾ, ਜਿਹੜੀ ਚੀਜ਼ ਮੰਗਦੇ ਆ ਉਹ ਸਾਨੂੰ ਮਿਲ ਜਾਏਗੀ। ਮੇਰਾ ਤੁਹਾਡੇ ਨਾਲ ਇਹ ਸਵਾਲ ਆ ਵੀ ਕੀ ਜਿਹੜਾ ਅਸੀਂ ਰੱਬ ਅੱਜ ਵੀ ਮੰਨੀ ਬੈਠੇ ਹਾਂ ਜਾਂ ਜਿਹੜਾ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਵੀ ਲੋਕ ਮੰਨਦੇ ਰਹੇ ਆ, ਗੁਰਮਤ ਨੇ ਰੱਬ ਨੂੰ ਕਿੱਦਾਂ ਦਾ ਦੱਸਿਆ? ਕੀ ਰੱਬ ਇੱਦਾਂ ਦਾ ਹੈ ਵੀ ਉਹਨੂੰ ਜੇ ਪੂਜਾ ਕਰਾਂਗੇ ਤਾਂ ਉਹ ਖੁਸ਼ ਹੋਏਗਾ, ਜਾਂ ਉਹਦੀ ਅਸੀਂ ਪੂਜਾ ਕਰਾਂਗੇ ਤੇ ਫਿਰ ਜਿਹੜਾ ਸਾਨੂੰ ਡਰ ਲੱਗਦਾ, ਜਿਹੜੀ ਕਰੋਪੀ ਤੋਂ ਡਰ ਲੱਗਦਾ ਵੀ ਉਹ ਹਟ ਜਾਏਗਾ? ਵੀ ਜਾਂ ਸਾਨੂੰ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਅੰਦਰ ਇੱਦਾਂ ਦਾ ਕੁਝ ਲਿਖ ਕੇ ਦੱਸ ਕੇ ਗਏ ਹੋਣ ਕਿ ਭਾਈ ਇੱਦਾਂ ਦੇ ਕੰਮ ਕਰੇਗਾ ਤੇ ਉਹ ਰੱਬ ਤੈਨੂੰ ਘੱਟ ਮਿਹਨਤ ਕਰਨੀ ਪੈਗੀ, ਉਹ ਰੱਬ ਨੇ ਆਪਣੇ ਆਪ ਹੀ ਸਾਰਾ ਕੁਝ ਤੇਰਾ ਸਵਾਰ ਦੇਣਾ, ਤੂੰ ਧੀ ਮੰਗੇਗਾ ਤੈਨੂੰ ਪੁੱਤ ਮਿਲ ਜਾਣਾ, ਜੋ ਮੰਗੇਗਾ ਤੈਨੂੰ ਸਾਰਾ ਕੁਝ ਮਿਲੀ ਜਾਣਾ। ਇਹਦੇ ਬਾਰੇ ਤੁਸੀਂ ਕੀ ਮੰਨ ਲਓ, ਤੁਹਾਡੇ ਅੰਦਰ ਕੀ ਸੁਝਾਅ ਆ, ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਕਿ ਜਿਵੇਂ ਤੁਸੀਂ ਵੀ ਜੀ ਸਾਰੀਆਂ ਵਿਚਾਰਾਂ ਕੀਤੀਆਂ ਹੈ, ਹਾਂਜੀ, ਜਿਹੜੇ ਸੁਣ ਰਹੇ ਸਰੋਤੇ ਆ, ਜਿਹੜੇ ਤਾਂ ਸੂਝਵਾਨ ਹੈ, ਗੁਰਬਾਣੀ ਨੂੰ ਵਿਚਾਰਨ ਵਾਲੇ ਆ, ਉਹ ਇਹਨਾਂ ਚੀਜ਼ਾਂ ਨੂੰ ਭਲੀ ਭਾਂਤ ਅੱਜ ਸਮਝ ਰਹੇ ਆ ਤੇ ਸਮਝਦੇ ਵੀ ਆਏ ਨੇ। ਹਾਂਜੀ, ਜਿਹੜੀ ਤੁਸੀਂ ਰੱਬ ਦੀ ਗੱਲ ਕੀਤੀ ਹੈ, ਅਸਲ ਵਿੱਚ ਰੱਬ ਦਾ ਕਨਸੈਪਟ ਜਿਹੜਾ ਉਹ ਜੋ ਸਹੀ ਸੀਗਾ, ਜੋ ਬਾਣੀ ਦੇ ਵਿੱਚ ਪੇਸ਼ ਕੀਤਾ ਗਿਆ, ਉਹ ਕਿਤੇ ਨਾ ਕਿਤੇ 90% ਤੋਂ ਵੱਧ ਅੱਜ ਵੀ ਉਹਦੇ ਤੋਂ ਜਿਹੜਾ ਲੁਕੋਵਾ ਰੱਖਿਆ ਜਾ ਰਿਹਾ। ਜਦੋਂ ਰੱਬ ਦੀ ਗੱਲ ਕਰਦੇ ਹਾਂ, ਰੱਬ ਬਹੁਤ ਹੀ ਸੌਖਾ ਕਨਸੈਪਟ ਸੀ ਜਿਹਨੂੰ ਸਭ ਤੋਂ ਔਖਾ ਕਨਸੈਪਟ ਕਰਕੇ ਪੇਸ਼ ਕੀਤਾ ਗਿਆ। ਖਾਸ ਕਰਕੇ ਰੱਬ ਨੂੰ ਦੈਵੀ ਸ਼ਕਤੀ ਦੇ ਨਾਲ ਜੋੜ ਦਿੱਤਾ ਗਿਆ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਰਾਜਿਆਂ ਦਾ ਸਮਾਂ ਸੀਗਾ ਤੇ ਕਬੀਲਿਆਂ ਦਾ ਸਮਾਂ ਸੀ, ਉਦੋਂ ਤੁਸੀਂ ਦੇਖਿਆ ਹੋਣਾ ਹੈ ਕਿ ਹਮੇਸ਼ਾ ਉਹ ਧਿਰ ਜਿਹੜੀ ਹੈ ਹਮੇਸ਼ਾ ਕਮਜ਼ੋਰ ਰਹਿੰਦੀ ਸੀ ਜਿਹੜੀ ਦੈਵੀ ਸ਼ਕਤੀ ਵਾਲੇ ਰੱਬ ਨੂੰ ਮੰਨਦੀ ਸੀ। ਇੱਕ ਕਬੀਲਾ ਦੂਜੇ ਕਬੀਲੇ 'ਤੇ ਧੱਕਾ ਕਰਦਾ ਸੀ, ਜ਼ੁਲਮ ਕਰਦਾ ਸੀ, ਤੇ ਪੁਜਾਰੀਆਂ ਵੱਲੋਂ ਦੂਜੇ ਰਾਜੇ ਨੂੰ ਕਹਿ ਦਿੱਤਾ ਜਾਂਦਾ ਸੀ ਜਾਂ ਕਬੀਲੇ ਦੇ ਮੁਖੀ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਤੁਸੀਂ ਰੱਬ ਗਾੜੀ ਅਰਦਾਸ ਕਰੋ, ਪਰਮਾਤਮਾ ਅੱਗੇ ਪੂਜਾ ਕਰੋ। ਜਦੋਂ ਤੁਸੀਂ ਪੂਜਾ ਕਰੋਗੇ, ਰੱਬ ਗਾੜੀ ਅਰਦਾਸ ਕਰੋਗੇ ਤੇ ਉਹ ਰੱਬ ਖੁਦ ਪ੍ਰਗਟ ਹੋ ਕੇ ਤੁਹਾਡੀ ਹੈਲਪ ਕਰੇਗਾ। ਜਿੱਦਾਂ ਬਾਬਰ ਦੇ ਟਾਈਮ ਤੇ ਬਿਲਕੁਲ, ਜਦੋਂ ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ 1521 ਦੇ ਵਿੱਚ ਜਿਹੜੇ ਸੱਜਣ ਤਵਾਰੀਖ ਦੇ ਪੰਨਿਆਂ ਨਾਲ ਸਾਂਝ ਬਣਾਉਂਦੇ ਨੇ, ਜਦੋਂ ਬਾਬਰ ਚੜ੍ਹਾਈ ਕਰਕੇ ਆਇਆ ਤਾਂ ਉਸ ਵਕਤ ਵੀ ਇਹੀ ਸਭ ਤੋਂ ਵੱਡੀ ਪ੍ਰੋਬਲਮ ਆਈ ਕਿ ਗੁਰੂ ਸਾਹਿਬ ਜੀ ਘਰ ਘਰ ਜਾ ਕੇ ਸੱਚ ਦਾ ਸੁਨੇਹਾ ਦਿੰਦੇ ਆ ਕਿ ਭਾਈ ਆਪਣੇ ਹੱਕਾਂ ਲਈ ਜਾਂ ਆਪਣੀ ਇੱਕ ਭਾਈਚਾਰਕ ਜਿਹੜੀ ਤੁਹਾਡੇ ਅੰਦਰ ਸਾਂਝ ਹੈ, ਜਿਹਨੇ ਏਕਤਾ ਵਿੱਚ ਤੁਹਾਨੂੰ ਪਰੋ ਕੇ ਰੱਖਣਾ ਹੈ, ਜਿਹਨੇ ਦੁੱਖ ਸੁੱਖ ਦੇ ਤੁਹਾਨੂੰ ਇੱਕ ਦੂਜੇ ਦੇ ਮਦਦਗਾਰ ਬਣਾਉਣਾ ਹੈ, ਤੁਸੀਂ ਇਹ ਆਪਸ ਵਿੱਚ ਇੱਕ ਦੂਜੇ ਤੋਂ ਦੂਰੀ ਨਾ ਬਣਾਓ, ਜਾਤਾਂ ਪਾਤਾਂ ਵਿੱਚ ਨਾ ਵੰਡੇ ਜਾਓ ਤੇ ਦੈਵੀ ਸ਼ਕਤੀ ਨੂੰ ਨਾ ਮੰਨੋ। ਤਾਂ ਉਸ ਵਕਤ ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਜੀ ਨੂੰ ਭੂਤਨਾ ਬੇਤਾਲਾ ਵੀ ਕਿਹਾ ਗਿਆ। ਤਾਂ ਇਹ ਜਿਹੜੀ ਮਾਨਸਿਕਤਾ ਹੈ ਪੁਜਾਰੀ ਵੱਲੋਂ, ਉਹ ਮਾਨਸਿਕਤਾ ਕਿ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਤੁਸੀਂ ਜਦੋਂ ਰਾਮ ਗਾੜੀ ਜਾਂ ਪਰਮਾਤਮਾ ਅੱਗੇ, ਰੱਬ ਅੱਗੇ ਅਰਦਾਸ ਕਰੋਗੇ ਤਾਂ ਦੈਵੀ ਸ਼ਕਤੀਆਂ ਤੁਹਾਨੂੰ ਬਚਾਉਣਗੀਆਂ, ਇਸ ਮਾਨਸਿਕਤਾ ਨੇ ਵੀਰ ਜੀ ਬਹੁਤ ਜ਼ਿਆਦਾ ਨੁਕਸਾਨ ਕੀਤਾ। ਇਸ ਮਾਨਸਿਕਤਾ ਨੇ ਸਭ ਤੋਂ ਵੱਡਾ ਨੁਕਸਾਨ ਇਹ ਕੀਤਾ ਕਿ ਜੋ ਇਨਸਾਨ ਦੀਆਂ ਜ਼ਿੰਮੇਵਾਰੀਆਂ ਸੀ, ਉਹਨਾਂ ਜ਼ਿੰਮੇਵਾਰੀਆਂ ਤੋਂ ਇਨਸਾਨ ਭਗੌੜਾ ਹੋ ਗਿਆ। ਤਾਂ ਉਹਨੇ ਇੱਕ ਓਟ ਰੱਖ ਲਈ ਕਿ ਮੈਨੂੰ ਕੋਈ ਨਾ ਕੋਈ ਬਚਾਉਣ ਵਾਲਾ ਆਏਗਾ। ਪਰ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਭਗਤ ਸਾਹਿਬਾਨਾਂ ਨੇ ਕਿਹਾ ਕਿ ਨਹੀਂ, ਤੁਸੀਂ ਆਪਸ ਵਿੱਚ ਜਾਤ ਪਾਤ ਦੇ ਆਧਾਰ ਤੇ ਵੰਡੇ ਨਾ ਜਾਓ, ਏਕਤਾ ਵਿੱਚ ਆ ਜਾਓ, ਭਾਈਚਾਰਕ ਸਾਂਝ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ, ਆਪਣੇ ਹੱਕ ਮੰਗੋ। ਜੇ ਤੁਸੀਂ ਕਹੋਗੇ ਕਿ ਸਾਨੂੰ ਕੋਈ ਹੱਕ ਦਵਾਏਗਾ ਜਿਵੇਂ ਰੱਬ ਹੱਕ ਦਵਾਏਗਾ, ਕਹਿੰਦੇ ਨਹੀਂ, ਰੱਬ ਕਿੱਥੇ ਹੈ? ਰੱਬ ਤੁਹਾਡੇ ਅੰਦਰ ਹੈ। ਹੁਣ ਆਪਾਂ ਜਦੋਂ ਰੱਬ ਦੀ ਗੱਲ ਕਰਦੇ ਹਾਂ ਤਾਂ ਰੱਬ ਦੀ ਗੱਲ ਕਰਦੇ ਹਾਂ, ਜਿਵੇਂ ਇੱਕ ਬੜੀ ਪਿਆਰੀ ਪੰਕਤੀ ਹੈ, ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਤਨੇਮ ਦੇ ਰੂਪ ਵਿੱਚ ਪੜ੍ਹੀ ਜਾਂਦੀ ਹੈ ਕਿ ਇਹ ਸੱਚ ਸਭਨਾ ਕਾ ਖਸਮ ਹੈ। ਗੁਰੂ ਸਾਹਿਬ ਨੇ ਕਿਹਾ ਕਿ ਕਹਿੰਦੇ ਖਸਮ ਕੌਣ ਹੈ? ਜੋ ਤੇਰੇ ਅੰਦਰ ਸੱਚ ਹੈ, ਜਿਹੜਾ ਤੇਰੇ ਅੰਦਰ ਸੱਚ ਹੈ ਤੇ ਜੋ ਸਮਾਜ ਵਿੱਚ ਤੂੰ ਸੱਚ ਦੇਖ ਰਿਹਾ। ਹੁਣ ਜਿਹੜਾ ਸੱਚ ਹੈ ਉਹ ਸਾਨੂੰ ਆਪਣੇ ਵੱਲ ਖਿੱਚਦਾ ਹੈ। ਮੈਨੂੰ ਮੇਰੇ ਤੇ ਕੋਈ ਜ਼ੁਲਮ ਕਰ ਰਿਹਾ ਹੈ,
ਮੇਰੇ ਅੰਦਰੋਂ ਸੱਚ ਪ੍ਰਗਟ ਹੋ ਰਿਹਾ ਹੂੰ। ਕਿ ਭਾਈ ਤੂੰ ਆਪਣਾ ਹੱਕ ਲੈ। ਹੂੰ। ਹੁਣ ਉੱਥੇ ਮੈਂ ਆਪਣੇ ਹੱਕ ਲੈਣ ਵੱਲੇ ਤੁਰਾਂਗਾ, ਮੈਨੂੰ ਕਸ਼ਟ ਵੀ ਸਹਿਣਾ ਪਏਗਾ। ਹੂੰ। ਹੁਣ ਇੱਕ ਤਾਂ ਉਹ ਇਨਸਾਨ ਹੈ ਜੋ ਹੱਕ ਲੈਣ ਵੱਲੇ ਤੁਰਦਾ ਹੈ, ਜੀ। ਦੂਜਾ ਉਹ ਹੈ ਜਿਹੜਾ ਓਟ ਆਸਰਾ ਰੱਖ ਕੇ ਬੈਠਾ ਹੈ ਕਿ ਹੂੰ। ਕੋਈ ਬਾਹਰਲਾ ਰੱਬ ਪ੍ਰਗਟ ਹੋਏਗਾ। ਹੂੰ। ਤਾਂ ਗੁਰਬਾਣੀ ਨੇ ਜਿਹੜੀ ਸੱਚ ਦੀ ਪਰਿਭਾਸ਼ਾ ਦੀ ਤੁਲਨਾ ਰੱਬ ਨਾਲ ਕੀਤੀ ਹੈ, ਹਾਂਜੀ। ਤਾਂ ਉੱਥੋਂ ਇਹ ਗੱਲ ਕਲੀਅਰ ਹੈ ਪਰਿਭਾਸ਼ਾ ਕਿ ਹੇ ਇਨਸਾਨ, ਜੋ ਤੇਰੇ ਅੰਦਰ ਸੱਚ ਹੈ ਇਹੀ ਤੇਰਾ ਖਸਮ ਹੈ, ਖਸਮ ਹੈ। ਇਹੀ ਤੇਰਾ ਗॉड ਹੈ, ਇਹੀ ਤੇਰਾ ਅੱਲਾ ਹੈ, ਇਹੀ ਤੇਰਾ ਗੁਸਾਈ ਹੈ, ਇਹੀ ਤੇਰਾ ਰਾਮ ਹੈ। ਹੂੰ। ਹੁਣ ਜਦੋਂ ਇਹ ਗੱਲ ਦੁਨੀਆ ਨੂੰ ਸਮਝ ਵਿੱਚ ਆਈ ਹੂੰ। ਤਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਰੱਬ ਦੇ ਨਾਂ ਤੇ ਜੋ ਵੰਡੀਆਂ ਠੇਕੇਦਾਰਾਂ ਨੇ ਪਾਈਆਂ ਹੋਈਆਂ ਸੀ ਉਹ ਕਲੀਅਰ ਹੋਈਆਂ ਹੂੰ। ਕਿ ਵੀ ਰੱਬ ਤੇ ਸਾਰਿਆਂ ਦਾ ਇੱਕ ਹੈ। ਇੱਕ ਹੈ। ਅਸੀਂ 33 ਕਰੋੜ ਮੰਨੀ ਜਾਂਦੇ, ਕੋਈ ਕਹਿੰਦਾ ਸਾਡਾ ਮੱਕੇ ਵਿੱਚ ਰਹਿੰਦਾ। ਹੂੰ। ਤੇ ਜਦੋਂ ਯੂਨੀਵਰਸਲ ਗੱਲ ਹੋਈ, ਸਿੱਖ ਵੀ ਕਹਿੰਦਾ ਗੁਰਦੁਆਰੇ ਆ। ਗੁਰਦੁਆਰੇ ਜਿਵੇਂ ਬਿਲਕੁਲ ਜਿਵੇਂ ਮੰਦਰ ਦੇ ਵਿੱਚ ਰਾਮ ਨੂੰ ਸਥਾਪਿਤ ਕੀਤਾ ਗਿਆ, ਹੂੰ। ਜਿਵੇਂ ਮੱਕੇ ਦੇ ਵਿੱਚ ਅੱਲਾ ਨੂੰ ਸਥਾਪਿਤ ਕੀਤਾ ਗਿਆ, ਹੂੰ। ਐਵੇਂ ਹੀ ਕਿਤੇ ਨਾ ਕਿਤੇ ਰੱਬ ਜਿਹੜਾ ਸਿੱਖ ਧਰਮ ਦੇ ਵਿੱਚ ਵੀ ਪੁਜਾਰੀ ਵੱਲੋਂ, ਹਾਂ। ਨਾ ਕਿ ਸੱਚੇ ਸਿੱਖ ਪ੍ਰਚਾਰਕ ਵੱਲੋਂ ਇਦਾਂ ਦੀ ਪਰਿਭਾਸ਼ਾ ਨਹੀਂ ਬਿਆਨ ਕੀਤੀ ਗਈ। ਜੀ। ਜਿਹੜਾ ਪੁਜਾਰੀ ਹੈ ਉਹਨੇ ਕਿਹਾ ਵੀ ਗੁਰਦੁਆਰੇ ਦੇ ਵਿੱਚ, ਕਿਉਂਕਿ ਸਭ ਤੋਂ ਮੇਨ ਉਹਦੀ ਜਿਹੜੀ ਪ੍ਰਾਪਰਟੀ ਹੈ ਪੁਜਾਰੀ ਦੀ, ਹੂੰ। ਉਹ ਗੁਰਦੁਆਰਾ ਹੈ। ਗੁਰਦੁਆਰਾ। ਅੱਜ ਦੇ ਸਮੇਂ ਦੇ ਵਿੱਚ ਵੀ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜਾ ਮੰਦਿਰ ਸੀਗਾ, ਇਹ ਸਭ ਤੋਂ ਵੱਡੀ ਪ੍ਰਾਪਰਟੀ ਜਿਹੜੀ ਹੈ ਉਹ ਹੈਗੀ ਹੈ ਇਹ ਪੁਜਾਰੀ ਦੀ। ਹੁਣ ਜਦੋਂ ਆਪਾਂ ਵੀਰ ਜੀ ਗੱਲ ਕਰਦੇ ਹਾਂ ਸੱਚ ਦੀ, ਹੂੰ। ਸੱਚ ਤੁਹਾਡੇ ਅੰਦਰ ਵੀ ਉਹੀ ਹੈ। ਹੂੰ। ਸੱਚ ਦੇ ਵਿੱਚ ਕੀ ਨੇ? ਸ਼ੁਭ ਗੁਣ ਨੇ, ਹੂੰ। ਨਿਮਰਤਾ ਹੈ, ਸਬਰ ਹੈ, ਸੰਤੋਖ ਹੈ, ਇਹ ਸਾਰੇ ਗੁਣ ਸ਼ੁਭ ਗੁਣ। ਹੂੰ। ਇਹ ਸ਼ੁਭ ਗੁਣ ਹਿੰਦੂ ਵਿੱਚ ਵੀ ਹੈ। ਇਹ ਜਿਹੜੇ ਧਰਮ ਅਸੀਂ ਕਹਿ ਰਹੇ ਹਾਂ ਨਾ, ਅਸਲ ਵਿੱਚ ਧਰਮ ਤਾਂ ਸਾਰਿਆਂ ਦਾ ਇੱਕ ਹੈ। ਹੂੰ। ਇਹਨਾਂ ਨੂੰ ਅਸੀਂ ਮਜ਼ਹਬ ਕਹਿ ਸਕਦੇ ਹਾਂ, ਜਿਹੜੇ ਮਜ਼ਹਬ ਪੁਜਾਰੀ ਵੱਲੋਂ ਬਣਾਏ ਗਏ। ਹੂੰ। ਹੁਣ ਜਿਹੜਾ ਸਿੱਖ ਹੈ, ਸਿੱਖ ਕੋਈ ਮਜ਼ਹਬ ਨਹੀਂ ਹੈ, ਹੂੰ। ਸਿੱਖ ਇਨਸਾਨੀਅਤ ਹੈ। ਮਤਲਬ ਸਿੱਖ ਇੱਕ ਸੱਚਾ ਧਰਮ ਹੈ। ਸਿੱਖ ਦਾ ਅਰਥ ਬੜਾ ਕਲੀਅਰ ਹੈ। ਹਾਂ। ਸਿੱਖ ਦਾ ਅਰਥ ਹੈ ਸਿੱਖਣ ਵਾਲਾ, ਸਿੱਖ ਜਿਹੜਾ ਸਿੱਖੀ ਜਾਂਦਾ। ਬਿਲਕੁਲ, ਜਿਹੜਾ ਰੁਕਦਾ ਸਿੱਖਦਾ ਹੈ ਤੇ ਸਿਖਾਉਣ ਵਾਲਾ, ਪਲੱਸ ਆਪਣੀ ਜ਼ਿੰਦਗੀ 'ਚ ਕਮਾਉਣ ਵਾਲਾ। ਜਿਹੜਾ ਕਦੀ ਇਹ ਨਹੀਂ ਕਹਿੰਦਾ ਵੀ ਮੈਂ ਪੂਰਾ ਹੋ ਗਿਆ, ਮੈਂ ਬਸ ਇਹ ਦੋ ਗਾਣ ਬਸ ਆ। ਬਿਲਕੁਲ, ਮੈਂ ਉਹ ਆਪਣਾ ਹਰ ਰੋਜ਼ ਗਿਆਨ ਡਿਵੈਲਪ ਕਰਦਾ ਹੈ। ਕਰਦਾ। ਉਹ ਇਹ ਨਹੀਂ ਕਹਿੰਦਾ ਵੀ ਮੈਂ ਜੋ ਸਿੱਖ ਲਿਆ ਬਸ ਇਹੀ ਸਿੱਖੀ ਹੈ। ਹੂੰ। ਉਹ ਹਰ ਰੋਜ਼, ਅੱਛਾ, ਉਹ ਸਿੱਖਣ ਵਾਲਾ ਪੱਖ ਇਕੱਲਾ ਗਿਆਨ ਨਹੀਂ, ਮਤਲਬ ਜਿਹੜਾ ਧਾਰਮਿਕ ਪੱਖੋਂ ਵੀ ਜਿਹੜੀਆਂ ਜ਼ਿਆਦੀਆਂ ਗੱਲਾਂ ਕਰ ਲੈਂਦਾ। ਹੂੰ। ਇੱਥੇ ਹਰੇਕ ਗਿਆਨ ਦੀ, ਜਿਹੜਾ ਗਿਆਨ ਸਾਡੇ ਮਨ ਦੇ ਅੰਦਰ ਸਾਨੂੰ ਖਿੱਚ ਪਾਉਂਦਾ, ਹੂੰ। ਉਹ ਚਾਹੇ ਕੋਈ ਇੰਜੀਨੀਅਰਿੰਗ ਦਾ ਹੈ, ਹੂੰ। ਚਾਹੇ ਕੋਈ ਡਾਕਟਰੀ ਦਾ ਹੈ, ਹਰੇਕ ਤਰ੍ਹਾਂ ਦਾ ਗਿਆਨ ਜਿੱਧਰ ਸਾਡਾ ਮਨ ਖਿੱਚਿਆ ਜਾਂਦਾ ਵੀ ਆਹ ਚੀਜ਼ ਮੈਨੂੰ ਸਿੱਖਣੀ ਚਾਹੀਦੀ ਹੈ, ਹੂੰ। ਉਹ ਹਰ ਚੀਜ਼ ਗੁਰੂ ਹੈ ਸਾਡੇ ਲਈ। ਜੀ। ਪਰ ਇੱਥੇ ਗੁਰੂ ਦਾ ਕਨਸੈਪਟ ਵੀ, ਰੱਬ ਦਾ ਕਨਸੈਪਟ ਵੀ, ਸਿੱਖੀ ਦਾ ਕਨਸੈਪਟ ਵੀ, ਸਾਰਾ ਕੁਝ ਚੇਂਜ ਕਰ ਦਿੱਤਾ ਗਿਆ। ਮੈਂ ਜਿਹੜੀ ਗੱਲ ਕਰ ਰਿਹਾ ਸੀ, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸੱਚ ਦੀ ਤੁਲਨਾ ਰੱਬ ਨਾਲ ਕੀਤੀ ਹੈ। ਜੀ। ਮਤਲਬ ਕਲੀਅਰ ਕਰ ਦਿੱਤਾ ਕਿ ਜਿਹੜਾ ਤੇਰੇ ਅੰਦਰ ਸੱਚ ਹੈ ਹਾਂ। ਤੇ ਜੋ ਤੂੰ ਸਮਾਜ ਵਿੱਚ ਸੱਚ ਦੇਖ ਰਿਹਾ ਇਹੀ ਰੱਬ ਹੈ। ਜੀ। ਇੱਕ ਤਾਂ ਗੁਰੂ ਸਾਹਿਬ ਜੀ ਵਚਨ ਕਰਦੇ ਨੇ, ਕਹਿੰਦੇ ਖਸਮ ਛੋੜ। ਪਹਿਲਾਂ ਤਾਂ ਇਹ ਪੰਕਤੀ ਸਮਝੀਏ, ਇਹ ਸੱਚ ਸਭਨਾ ਕਾ ਖਸਮ ਹੈ। ਕਹਿੰਦੇ ਇਹ ਸੱਚ ਜਿਹੜਾ ਹੈ ਇਹੀ ਸਾਰਿਆਂ ਦਾ ਖਸਮ ਹੈ। ਮਤਲਬ ਸਾਰੇ ਕਵਰ ਹੋ ਗਏ, ਚਾਹੇ ਉਹ ਜੈਨੀ ਹੈ, ਚਾਹੇ ਬੋਧੀ ਹੈ, ਹਿੰਦੂ ਹੈ, ਮੁਸਲਿਮ ਹੈ, ਈਸਾਈ ਹੈ, ਸਾਰੇ ਇੱਕ ਪਲੇਟਫਾਰਮ ਤੇ ਆ ਕੇ ਖੜ ਗਏ। ਹੁਣ ਜਿਹੜੇ ਲੋਕ ਆਪਸ ਵਿੱਚ ਪਾਟੇ ਹੋਏ ਸੀ, ਉਹਨਾਂ ਨੂੰ ਲੱਗਿਆ ਕਿ ਅਸੀਂ ਜਾਤਾਂ ਪਾਤਾਂ ਦੇ ਨਾਂ ਤੇ ਜਾਂ ਵਰਨ ਵੰਡ ਦੇ ਆਧਾਰ ਤੇ ਅਸੀਂ ਇੱਕ ਦੂਜੇ ਨਾਲ ਕਿਉਂ ਨਫ਼ਰਤ ਕਰ ਰਹੇ ਹਾਂ। ਸਭ ਤੋਂ ਪਹਿਲਾਂ ਇਨਸਾਨ ਦੇ ਅੰਦਰ ਨਫ਼ਰਤ ਖਤਮ ਹੋਈ ਜਦੋਂ ਉਹਨਾਂ ਨੇ ਬਾਣੀ ਨੂੰ ਸਮਝਿਆ, ਬਾਣੀ ਦੇ ਉਪਦੇਸ਼ ਨੂੰ ਦ੍ਰਿੜ ਕੀਤਾ। ਉਸ ਤੋਂ ਬਾਅਦ ਵਿੱਚ ਫਿਰ ਉਹ ਆਪਸ ਵਿੱਚ ਇਕੱਠੇ ਹੋਣ ਲੱਗੇ। ਤਾਂ ਫਿਰ ਤਵਾਰੀਖ ਦੇ ਪੰਨੇ ਤੁਹਾਡੇ ਸਾਹਮਣੇ ਹੈ ਕਿ ਜਿਹੜੀ ਮੁਗਲ ਸਲਤਨਤ, ਹੁਣ ਮੁਗਲ ਉਹ ਵੀ ਇਨਸਾਨ ਸਨ ਜਿਹੜੇ ਚੰਗੇ ਸਨ, ਪੀਰ ਬੁੱਧੂ ਸ਼ਾਹ ਵਰਗੇ, ਠੀਕ ਹੈ। ਇਦਾਂ ਦੀਆਂ ਤਵਾਰੀਖ ਦੇ ਪੰਨਿਆਂ 'ਚ ਅਨੇਕਾਂ ਸਾਨੂੰ ਮੁਸਲਮਾਨ ਮਿਲਦੇ ਆ ਜਿਹੜੇ ਸੱਚੇ ਮੁਸਲਮਾਨ ਸਨ। ਕਿਉਂਕਿ ਗੁਰਬਾਣੀ ਨੇ ਜਦੋਂ ਬ੍ਰਾਹਮਣ ਦੀ ਗੱਲ ਕੀਤੀ ਹੈ ਤਾਂ ਸੱਚੇ ਬ੍ਰਾਹਮਣ ਦੀ ਗੱਲ ਕੀਤੀ ਹੈ। ਤਾਂ ਜਦੋਂ ਮੁਸਲਮਾਨ ਦੀ ਉੱਥੇ ਦੱਸਿਆ ਕਿ ਮੁਸਲਮਾਨ 'ਚ ਆਹ ਗੁਣ ਹੋਣੇ ਚਾਹੀਦੇ, ਮਤਲਬ ਸ਼ੁਭ ਗੁਣਾਂ ਵਾਲਾ ਇਨਸਾਨ ਹੈ ਅਸਲ ਵਿੱਚ। ਬਾਕੀ ਸਾਰੇ ਸ਼ੈਤਾਨ ਨੇ। ਹੁਣ ਇੱਥੇ ਗੱਲ ਕਰ ਰਹੇ ਸੀ ਕਿ ਇਹ ਸੱਚ ਸਭਨਾ ਕਾ ਖਸਮ ਹੈ, ਤਾਂ ਸੱਚ ਦੀ ਤੁਲਨਾ ਜਿਹੜੀ ਰੱਬ ਨਾਲ ਕੀਤੀ, ਇੱਕ ਥਾਂ ਸਾਹਿਬ ਕਹਿੰਦੇ ਨੇ ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ। ਸਤਿਗੁਰੂ ਹੈ ਬੋਹਿ ਥਾ। ਜਿਹੜਾ ਸਤਿਗੁਰੂ ਤੇਰੇ ਅੰਦਰ ਹੈ, ਇਹ ਹੁਣ ਇਹ ਨਹੀਂ ਕਿ ਸਿੱਖਾਂ ਦਾ ਵੱਖਰਾ ਹੈ, ਮੁਸਲਮਾਨਾਂ ਦਾ ਵੱਖਰਾ ਹੈ, ਹਿੰਦੂਆਂ ਦਾ ਵੱਖਰਾ, ਜੈਨੀਆਂ ਦਾ ਵੱਖਰਾ, ਬੋਧੀਆਂ ਦਾ ਵੱਖਰਾ। ਸੱਚਾ ਗਿਆਨ, ਜੋ ਗਿਆਨ ਸਾਡੇ ਅੰਦਰੋਂ ਪੈਦਾ ਹੁੰਦਾ ਹੈ, ਇਹ ਗਿਆਨ ਅਸੀਂ ਬਾਹਰੋਂ ਵੀ ਲੈਣਾ। ਸੱਚਾ ਗਿਆਨ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਫੋਲੋ ਕਰਦੇ ਹਾਂ ਤਾਂ ਫਿਰ ਅਸੀਂ ਜਹਾਜ਼ ਤੇ ਚੜ੍ਹ ਜਾਂਦੇ ਹਾਂ, ਬੰਦੇ ਨੂੰ ਕਾਮਯਾਬੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਗੁਰੂ ਸਾਹਿਬ ਕਹਿੰਦੇ ਜੇ ਤੂੰ ਖਸਮ ਨੂੰ ਛੱਡ ਦਿੱਤਾ, ਮਤਲਬ ਸੱਚ ਨੂੰ, ਹੁਣ ਬੰਦਾ ਜਹਾਜ਼ ਤੇ ਚੜ੍ਹ ਗਿਆ, ਨੌਲੇਜ ਬੰਦੇ ਕੋਲ ਹੈਗੀ ਹੈ, ਪਰ ਉਹ ਸਵਾਰ ਨਹੀਂ ਹੋ ਰਿਹਾ, ਉਹ ਕਦੀ ਵੀ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਪਾਏਗਾ। ਤਾਂ ਗੁਰੂ ਸਾਹਿਬ ਨੇ ਇੱਥੇ ਕਿਹਾ ਕਿ ਖਸਮ ਛੋੜ, ਜਿਹੜੇ ਇਨਸਾਨ ਆਪਣੇ ਅੰਦਰ ਦੇ ਸੱਚ, ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਜਾਂਦੇ ਨੇ, ਕਹਿੰਦੇ ਉਹ ਇਨਸਾਨ ਡੁੱਬਦੇ ਹੀ ਡੁੱਬਦੇ ਨੇ। ਉਹ ਹਰ ਚੀਜ਼ ਫਿਰ ਇਨਸਾਨ ਨੂੰ ਭਰਮ ਵਿੱਚ ਲੈ ਜਾਂਦੀ ਹੈ।
ਤੇ ਵੀਰ ਜੀ ਜਿੱਦਾਂ ਤੁਸੀਂ ਦੇਖਦੇ ਆ ਕਿ ਮਾਰਕੀਟ ਦੇ ਵਿੱਚ ਜਿੱਦਾਂ ਓਰੀਜਨਲ ਚੀਜ਼ ਹੈ ਤਾਂ ਉਹਦੀ ਜ਼ਿਆਦਾਤਰ ਤੁਸੀਂ ਸਮਾਜ ਵਿੱਚ ਦੇਖੋਗੇ, ਕੋਈ ਵੀ ਚਾਹੇ ਤੁਸੀਂ ਰਾਸ਼ਨ ਲੈ ਲਓ, ਸੌਦਾ ਗਰੋਸਰੀ ਦਾ ਸਮਾਨ ਹੈ, ਉੱਥੇ ਜਿੱਥੇ ਪੱਤੀ ਵਧੀਆ ਕੁਆਲਿਟੀ ਦੀ ਮਿਲਦੀ ਹੈ ਉੱਥੇ ਉਹਦੀ ਡੁਪਲੀਕੇਟ ਕਾਪੀ ਵੀ ਆਉਂਦੀ ਹੈ। ਤੁਸੀਂ ਕੋਈ ਵੀ ਚੀਜ਼ ਲੈ ਲਓ, ਸੌਦੇ ਦਾ ਕੋਈ ਹਲਦੀ ਹੈ, ਕੋਈ ਵੀ ਚੀਜ਼ ਹੈ, ਮਾਰਕੀਟ ਦੇ ਵਿੱਚ ਬਹੁਤ ਛੇਤੀ ਕੁਝ ਸ਼ੈਤਾਨੀ ਅਨਸਰਾਂ ਵੱਲੋਂ ਅਸਲ ਦੀ ਨਕਲ ਆ ਜਾਂਦੀ ਹੈ। ਹੁਣ ਜੋ ਅਸਲ ਸੀ ਉਹਦੇ ਨਾਲੋਂ ਤੋੜ ਕੇ ਪੁਜਾਰੀ ਨੇ ਸਭ ਤੋਂ ਵੱਧ ਇਨਸਾਨ ਨੂੰ ਜੋੜਿਆ ਦੈਵੀ ਸ਼ਕਤੀ ਨਾਲ, ਜਿਹਦੇ ਨਾਲ ਹਮੇਸ਼ਾ ਉਹ ਕਬੀਲਿਆਂ ਦੀ, ਉਹਨਾਂ ਰਾਜਿਆਂ ਦੀ ਹਾਰ ਹੁੰਦੀ ਰਹੀ ਜਿਹੜੇ ਰਾਜੇ ਆਪਣੇ ਆਪ ਤੇ ਨਹੀਂ, ਕਿਉਂਕਿ ਰੱਬ ਤੇ ਸਾਡੇ ਅੰਦਰ ਹੈ। ਆਤਮ ਵਿਸ਼ਵਾਸ ਜਿਹੜਾ ਸਾਨੂੰ ਆਪਣੇ ਆਪ 'ਚ ਹੈ, ਸੱਚ ਤੇ ਹੈ, ਉਹੀ ਰੱਬ ਹੈ। ਪਰ ਉਸ ਰੱਬ ਨਾਲੋਂ ਸਾਨੂੰ ਤੋੜ ਕੇ ਇੱਕ ਬਾਹਰਲੀ ਦੈਵੀ ਸ਼ਕਤੀ ਨਾਲ ਜੋੜ ਦਿੱਤਾ ਗਿਆ। ਹੁਣ ਜਦੋਂ ਵੀਰ ਜੀ ਗੱਲ ਕਰਦੇ ਹਾਂ ਅੱਜ ਦੀ, ਅੱਜ ਤੁਸੀਂ ਸਮਾਜ ਵਿੱਚ ਦੇਖੋ ਕੁਝ ਲੋਕਾਂ ਦੇ ਸਵਾਲ ਨੇ, ਮੈਂ ਤੁਹਾਡੇ ਨਾਲ ਗੱਲਾਂ ਚੱਲ ਰਹੀਆਂ ਤੇ ਮੈਂ ਕਰਦਾ, ਕੁਝ ਲੋਕਾਂ ਦੇ ਸਵਾਲ ਨੇ ਕਿ ਜੇ ਰੱਬ ਹੈ, ਜੇ ਰੱਬ ਹੈ, ਇਹ ਤੁਹਾਡੇ ਵੀ ਜਿਹੜੇ ਸਰੋਤੇ ਸੱਜਣ ਸੁਣ ਰਹੇ ਨੇ ਉਹਨਾਂ ਦੇ ਮਨ ਵਿੱਚ ਵੀ ਇਹ ਵਿਚਾਰ ਹੋਏਗੀ ਕਿ ਜੇ ਰੱਬ ਹੈ ਤਾਂ ਜੋ ਧੱਕੇਸ਼ਾਹੀ ਹੁੰਦੀ ਹੈ ਉਹਨਾਂ ਨਾਲ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ। ਆਪਾਂ ਆਮ ਅਕਸਰ ਦੇਖਦੇ ਹਾਂ। ਤਾਂ ਮੈਨੂੰ ਅੱਜ ਵੀ ਯਾਦ ਹੈ ਗੁਰਮਤਿ ਕਲਾਸ ਜਦੋਂ ਅਸੀਂ ਹਾਂਗਕਾਂਗ ਬੱਚਿਆਂ ਨੂੰ ਮੈਂ ਪੜ੍ਹਾ ਰਿਹਾ ਸੀ ਤੇ ਉੱਥੇ ਬੱਚੇ ਨੇ, ਇੱਕ ਭੈਣ ਨੇ, ਉਹਦੀ ਕਰੀਬ ਕੋਈ 21 ਸਾਲ ਉਮਰ ਸੀਗੀ ਤੇ ਨਵਦੀਪ ਕੌਰ ਭੈਣ ਦਾ ਨਾਮ ਸੀ, ਤੇ ਉਸਨੇ ਇੱਕ ਸਵਾਲ ਕੀਤਾ ਕਿ ਵੀਰ ਜੀ ਪੰਜਾਬ ਦੇ ਵਿੱਚ ਇੰਨੀ ਧੱਕੇਸ਼ਾਹੀ ਹੋ ਰਹੀ ਹੈ, ਕਿਉਂਕਿ ਹਰੇਕ ਨੂੰ ਆਪਣਾ ਘਰ ਪਿਆਰਾ ਹੁੰਦਾ ਹੈ, ਚਾਹੇ ਬੱਚੇ ਵਿਦੇਸ਼ ਚਲੇ ਗਏ ਨੇ, ਉਹਨਾਂ ਨੂੰ ਆਪਣਾ ਜਿੱਥੇ ਜਨਮ ਭੂਮੀ ਹੈ, ਜਿਨ੍ਹਾਂ ਨਾਲ ਸੰਬੰਧ ਹੈ, ਬਜ਼ੁਰਗ ਰਹਿੰਦੇ ਨੇ ਉੱਥੇ ਬਾਰੇ ਕੁਦਰਤੀ ਤੌਰ 'ਤੇ ਬੰਦਾ ਜ਼ਿਆਦਾ ਸੋਚਦਾ ਹੈ। ਉਹਨਾਂ ਨੇ ਗੱਲ ਕੀਤੀ ਕਿ ਬੱਚਾ ਕਹਿੰਦਾ ਕਿ ਬੇਟੀ ਕਹਿੰਦੀ ਕਿ ਵੀਰ ਜੀ ਸਮਾਜ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਅਸੀਂ ਕਹਿੰਦੇ ਹਾਂ ਰੱਬ ਦੇ ਵਿੱਚ ਬਹੁਤ ਸ਼ਕਤੀ ਹੈ। ਕਹਿੰਦੇ ਰੱਬ 'ਚ ਕਾਹਦੀ ਸ਼ਕਤੀ? ਕਹਿੰਦੇ ਸਮਾਜ ਵਿੱਚ ਕਿੰਨੇ ਲੋਕਾਂ ਨਾਲ ਜਿਹੜਾ ਜ਼ੁਲਮ ਹੋ ਰਿਹਾ ਹੈ, ਧੱਕੇਸ਼ਾਹੀ ਹੋ ਰਹੀ ਹੈ, ਬਲਾਤਕਾਰ ਹੋ ਰਹੇ ਨੇ। ਫਿਰ ਜਿਹੜੇ ਬਲਾਤਕਾਰੀ ਹੈ ਸਮਾਜ ਵਿੱਚ ਉਹ ਸ਼ਰੇਆਮ ਦੇਖੇ ਜਾਂਦੇ ਨੇ, 3 ਮਹੀਨੇ ਦੀ ਸਜ਼ਾ ਭੁਗਤ ਕੇ ਬਾਅਦ ਵਿੱਚ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ, ਆਪਣੀ ਐਸ਼ਪ੍ਰਸਤੀ ਵਾਲੀ ਜ਼ਿੰਦਗੀ ਜਿਉਂਦੇ ਨੇ। ਉਹਨਾਂ ਨੂੰ ਸਜ਼ਾ, ਠੋਸ ਸਜ਼ਾ ਕਿਉਂ ਨਹੀਂ ਮਿਲਦੀ? ਉੱਥੇ ਰੱਬ ਕੰਮ ਕਿਉਂ ਨਹੀਂ ਕਰਦਾ? ਤੇ ਇਹਦਾ ਉੱਤਰ ਮੈਂ 2 ਲਾਈਨਾਂ ਦੇ ਵਿੱਚ ਹੀ ਕਿਹਾ ਸੀ ਕਿ ਮੈਂ ਕਿਹਾ ਭੈਣੇ, ਇਹਦਾ ਜਵਾਬ ਇੱਕ ਤਾਂ ਹੈਗਾ ਹੈ ਪੁਜਾਰੀ ਵਾਲਾ, ਦੈਵੀ ਸ਼ਕਤੀ ਵਾਲਾ ਰੱਬ। ਜਿਸ ਵੀ ਦੇਸ਼ ਵਿੱਚ ਦੈਵੀ ਸ਼ਕਤੀ ਨੂੰ ਮੰਨਿਆ ਗਿਆ, ਜਿਸ ਵੀ ਮਜ਼ਹਬ, ਜਿਸ ਵੀ ਕੌਮ, ਜਿਸ ਵੀ ਦੇਸ਼ ਦੇ ਵਿੱਚ, ਉਸ ਦੇਸ਼, ਉਸ ਕੌਮ ਦਾ ਸਰਵਨਾਸ਼ ਹੋਇਆ ਵੀ, ਉਹਦਾ ਬੁਰਾ ਹਾਲ ਹੋਇਆ। ਉਹ ਅੱਜ ਵੀ ਆਪਣੀਆਂ ਅੱਖਾਂ ਵਿੱਚੋਂ ਜਿਹੜੇ ਹੰਝੂ ਉਹ ਸੁਕਾ ਨਹੀਂ ਪਾ ਰਹੇ, ਉਹ ਰੋ ਰਹੇ ਨੇ, ਤੜਫ ਰਹੇ ਨੇ, ਕਿਉਂਕਿ ਉਹ ਮਾਨਸਿਕ ਰੋਗੀ ਹੋ ਗਏ। ਕਿਤੇ ਨਾ ਕਿਤੇ ਉਹਨਾਂ ਦੇ ਘਰ ਬਰਬਾਦ ਹੋ ਗਏ। ਬੜੇ ਐਸੇ ਪਰਿਵਾਰ ਨੇ ਜਿਹੜੇ ਪੁਜਾਰੀਆਂ ਦੇ ਪਿੱਛੇ ਲੱਗੇ ਤੇ ਉਹ ਘਰਾਂ ਦੇ ਘਰ ਨਾਸ਼ ਹੋ ਗਏ, ਕਈਆਂ ਦੇ ਤਾਂ ਚਿਰਾਗ ਬਿਲਕੁਲ ਹੀ ਬੁਝ ਗਏ। ਹੁਣ ਉੱਥੇ ਮੈਂ ਭੈਣ ਨੂੰ ਇਹ ਗੱਲ ਕਹੀ, ਮੈਂ ਕਿਹਾ ਭੈਣੇ, ਇੱਕ ਉਹ ਇਨਸਾਨ ਹੈ ਜਿਹੜਾ ਝੂਠ ਬੋਲ ਰਿਹਾ ਹੈ, ਦੂਜਾ ਉਹ ਇਨਸਾਨ ਹੈ ਜਿਹੜਾ ਦੈਵੀ ਸ਼ਕਤੀ ਤੇ ਭਰੋਸਾ ਕਰਕੇ ਬੈਠਾ ਹੈ, ਤੀਜਾ ਉਹ ਇਨਸਾਨ ਹੈ ਜਿਹੜਾ ਕਹਿੰਦਾ ਹੋਇਆ ਧੱਕਾ, ਮੈਨੂੰ ਕੁਝ ਕਰਨਾ ਚਾਹੀਦਾ। ਮੈਂ ਕਿਹਾ ਇੱਥੇ ਹੁਣ ਜਿੱਤ ਉਹਦੀ ਹੋ ਰਹੀ ਹੈ ਜਿਹੜਾ ਧੱਕੇ ਤੇ ਧੱਕਾ, ਜ਼ੁਲਮ ਤੇ ਜ਼ੁਲਮ ਕਰੀ ਆ ਰਿਹਾ, ਬਲਾਤਕਾਰ ਕਰੀ ਜਾ ਰਿਹਾ, ਚੋਰੀਆਂ ਕਰੀ ਜਾ ਰਿਹਾ। ਹੁਣ ਪ੍ਰੋਬਲਮ ਕਿੱਥੇ ਆਈ? ਪ੍ਰੋਬਲਮ ਆਈ ਜਿਹਨੇ ਇੱਕ ਉਸ ਇਨਸਾਨ ਦੇ ਵਿੱਚ ਜਿਹਨੇ ਵੱਡੀ ਗਿਣਤੀ ਦੇ ਵਿੱਚ ਪੁਜਾਰੀ ਵਾਲੇ ਰੱਬ ਨੂੰ ਮੰਨਿਆ, ਮਤਲਬ ਦੈਵੀ ਸ਼ਕਤੀ ਨੂੰ ਮੰਨਿਆ। ਹੁਣ ਅੱਜ ਆਪਾਂ ਭਾਰਤ ਦੀ ਗੱਲ ਕਰਦੇ ਹਾਂ, ਮੇਰੇ ਖਿਆਲ ਨਾਲ ਵੀਰ ਜੀ 95% ਤੋਂ ਵੱਧ ਹੀ ਲੋਕ ਹੋਣਗੇ ਜਿਹੜੇ ਦੈਵੀ ਸ਼ਕਤੀ ਨੂੰ ਮੰਨ ਕੇ ਬੈਠੇ ਆ, ਜਿਹੜੇ ਇਹ ਕਹਿੰਦੇ ਆ ਵੀ ਕੋਈ ਐਸਾ ਸਮਾਂ ਆਏਗਾ ਜਦੋਂ ਮਾਹੌਲ ਸਹੀ ਹੋਏਗਾ, ਰੱਬ ਪ੍ਰਗਟ ਹੋਏਗਾ। ਤਾਂ ਇਸ ਰੱਬ ਨੇ ਸ਼ੁਰੂ ਤੋਂ ਲੈ ਕੇ ਅੱਜ ਵੀ ਉਨਾ ਹੀ ਨੁਕਸਾਨ ਜਿਹੜਾ ਲਗਾਤਾਰ ਜਾਰੀ ਹੈ। ਮੈਂ ਥੋੜੀ ਗੱਲ, ਬਾਕੀ ਬਾਲੇ ਲੋਕ ਇਹ ਵੀ ਗੱਲ ਕਹੀ ਜਾਂਦੇ ਆ ਕਿ ਇੱਕ ਕਰੋਪੀ ਆਈ ਆ, ਇਹ ਵੇਖੋ ਜੀ, ਲੋਕ ਕਲਯੁਗ ਆ ਗਿਆ, ਇਹ ਰੱਬ ਨੇ ਦੁਨੀਆ ਦਾ ਅੰਤ ਲੈਣਾ ਵਾ, ਦੁਨੀਆ ਖਤਮ ਹੁੰਦੀ ਆ, ਇਹਨੇ ਖਤਮ ਹੋ ਜਾਣਾ, ਜਦੋਂ ਕਿ ਉਹਦਾ ਹੱਲ ਵੀ ਕੁਦਰਤ ਵਿੱਚ ਹੀ ਮਿਲ ਰਿਹਾ। ਹੁਣ ਵੀਰ ਜੀ ਆ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨਾ, ਕਰੋਪੀ, ਕਲਯੁਗ, ਇਹ ਸਾਰਾ ਕਨਸੈਪਟ ਹੀ ਪੁਜਾਰੀ ਵੱਲੋਂ ਦਿੱਤਾ ਗਿਆ। ਹੁਣ ਕਲਯੁਗ ਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮਤਲਬ ਜਦੋਂ ਮਨੁੱਖ ਦਾ ਸੰਬੰਧ ਸੱਚ ਨਾਲੋਂ ਟੁੱਟਾ ਤਾਂ ਉਹਦੀ ਸੋਚ ਦੇ ਵਿੱਚ ਕਲਯੁਗ ਆ ਗਿਆ, ਖੁਦ ਹੀ ਕਲਯੁਗ ਹੋ ਗਿਆ, ਨਾ ਕਿ ਕੋਈ ਯੁੱਗ ਕਲਯੁਗ ਹੈ। ਹੁਣ ਇਹ ਜਿੰਨਾ ਵੀ ਕਨਸੈਪਟ ਤੁਸੀਂ ਕਹਿ ਰਹੇ ਹੋ, ਇਹ ਸਾਰਾ ਪੁਜਾਰੀ ਦੀ ਦਿੱਤੀ ਹੋਈ ਦੇਣ ਹੈ, ਜਿਹਨੂੰ ਸਭ ਤੋਂ ਵੱਧ ਮੰਦਿਰਾਂ ਦੇ ਵਿੱਚ, ਸਾਰਿਆਂ ਦੀ ਗੱਲ ਨਹੀਂ ਹੈ, ਬਹੁਤ ਚੰਗੇ ਬ੍ਰਾਹਮਣ ਵੀ ਹੈਗੇ ਨੇ, ਪਰ ਇਹਨੂੰ ਸਭ ਤੋਂ ਵੱਧ ਮੰਦਿਰਾਂ ਵਿੱਚ, ਮਸੀਤਾਂ ਦੇ ਵਿੱਚ ਐਸੇ ਵੀ ਮੌਲਵੀ ਨੇ ਜਿਹੜੇ ਸੱਚ ਦਾ ਹੋਕਾ ਦੇ ਰਹੇ ਨੇ। ਅੱਜ ਵੀ ਬਹੁਤ ਨੇ ਜੋ ਆਪਣੀ ਆਵਾਜ਼ ਦੇ ਰਾਹੀਂ ਲੋਕਾਂ ਨੂੰ ਸੱਚ ਦਾ ਪੈਗਾਮ ਦੇ ਰਹੇ ਨੇ। ਤੇ ਇਹਦੇ ਨਾਲ ਨਾਲ ਗੁਰਦੁਆਰਿਆਂ ਦੇ ਵਿੱਚ ਵੀ
ਪੁਜਾਰੀ ਨੇ ਆਪਣਾ ਪੂਰਾ ਵਾਸਾ ਕੀਤਾ। ਹੁਣ ਉਸ ਸਮੇਂ ਗੋਦੀਆਂ ਧੋਤੀਆਂ ਵਾਲੇ ਸੀਗੇ ਤੇ ਅੱਜ ਦੇ ਸਮੇਂ ਇਹ ਗੱਲ ਕਹਿਣੀ ਪਏਗੀ ਕਿ ਅੱਜ ਦੇ ਸਮੇਂ ਦਸਤਾਰ ਦਾੜਾ ਰੱਖ ਕੇ ਕੁਰਬਾਨ ਪਾ ਕੇ ਪੁਜਾਰੀ ਬੈਠੇ ਹੋਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਗੁਲਾਮ ਕੀਤਾ। ਮੈਂ ਵੀਰ ਜੀ ਗੱਲ ਕਰ ਰਿਹਾ ਸੀ ਕਿ ਮੈਂ ਉਸ ਭੈਣ ਨੂੰ ਇਹ ਗੱਲ ਕਹੀ ਕਿ ਮੈਂ ਕਿਹਾ ਭੈਣੇ ਇਨਸਾਫ ਕਿਉਂ ਨਹੀਂ ਮਿਲਦਾ ਕਿ ਇੱਕ ਉਹ ਬੰਦਾ ਜਿਹੜਾ ਦੇਵੀ ਸ਼ਕਤੀ ਤੇ ਭਰੋਸਾ ਕਰ ਰਿਹਾ ਵੱਡੀ ਗਿਣਤੀ 'ਚ ਤੇ ਇੱਕ ਉਹ ਹੈ ਜਿਹੜਾ ਜਿਹਨੂੰ ਸਮਝ ਹੈ ਵੀ ਮੈਨੂੰ ਕੁਝ ਕਰਨਾ ਚਾਹੀਦਾ ਪਰ ਉਹ ਵੀ ਨਹੀਂ ਕੁਝ ਕਰ ਰਿਹਾ। ਵੱਡੀ ਪ੍ਰੋਬਲਮ ਉਦੋਂ ਆਉਂਦੀ ਹੈ, ਇਹ ਮੈਂ ਗੱਲ ਸਰੋਤਿਆਂ ਦੇ ਚਰਨਾਂ ਵਿੱਚ ਰੱਖਣਾ ਚਾਹੁੰਦਾ ਹੈ ਕਿ ਜੇ ਇੱਕ ਝੂਠ ਮਾਰਨ ਵਾਲਾ ਬੰਦਾ ਮਾੜੇ ਕੰਮ ਕਰਨ ਵਾਲਾ ਬੰਦਾ ਆਪਣੀ ਚਾਲ ਨਹੀਂ ਛੱਡ ਰਿਹਾ ਤੇ ਸੱਚ ਨੂੰ ਸਮਝਣ ਵਾਲਾ ਆਪਣੀ ਚਾਲ ਕਿਉਂ ਛੱਡ ਕੇ ਬੈਠਾ ਹੋਇਆ। ਉਦੋਂ ਤੱਕ ਹਮੇਸ਼ਾ ਝੂਠੇ ਬੰਦਿਆਂ ਦੀ, ਮੁਕਾਰੀ ਬੰਦਿਆਂ ਦੀ, ਭੇਖੀਆਂ ਦੀ, ਠੱਗਾਂ ਦੀ, ਜਿਹੜੇ ਗਲਤ ਰਾਜਨੀਤਿਕ ਨੇ ਉਹਨਾਂ ਦੀ ਜਿੱਤ ਹੋਏਗੀ ਜਦੋਂ ਤੱਕ ਸੱਚਾ ਬੰਦਾ ਇਹ ਕਹੇਗਾ ਕਿ ਪਤਾ ਨਹੀਂ ਮਾਹੌਲ ਬਦਲਣਾ ਹੈ ਜਾਂ ਨਹੀਂ, ਜਾਂ ਉਹ ਜਾਣਦਾ ਤੇ ਬਹੁਤ ਕੁਛ ਹੈ ਪਰ ਆਪਣੀ ਪੈਰਵਾਈ ਨਹੀਂ ਕਰ ਰਿਹਾ, ਆਪਣੀ ਜ਼ਿੰਮੇਵਾਰੀ ਸਮਝ ਕੇ ਨਹੀਂ ਤੁਰ ਰਿਹਾ। ਤੁਸੀਂ ਦੇਖੋ ਵੀਰ ਜੀ ਗੁਰੂ ਅਰਜਨ ਪਾਤਸ਼ਾਹ ਸਿਰ ਝੁਕਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਕੀ ਕਾਰਨ ਸੀ? ਸੱਚ ਬੋਲਣ ਵਾਲੇ ਸਮਝਣ ਵਾਲੇ ਬਹੁਤ ਸੀ ਪਰ ਗੁਰੂ ਸਾਹਿਬ ਨੇ ਇਕੱਲਾ ਸੱਚ ਬੋਲਿਆ ਹੀ ਨਹੀਂ, ਇਕੱਲਾ ਲਿਖਿਆ ਹੀ ਨਹੀਂ, ਉਹਨਾਂ ਨੇ ਉਸ ਸੱਚ ਤੇ ਪਹਿਰਾ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲ ਜਦੋਂ ਅਸੀਂ ਦੇਖਦੇ ਹਾਂ ਤਾਂ ਸਿਰ ਝੁਕਦਾ ਹੈ। ਸਮੁੱਚੇ ਗੁਰੂਆਂ ਭਗਤਾਂ ਦੀ ਜੀਵਨ ਕਾਲ ਨੂੰ ਜਦੋਂ ਅਸੀਂ ਵਿਚਾਰਦੇ ਹਾਂ ਤਾਂ ਸਿਰ ਝੁਕਦਾ ਹੈ ਕਿ ਇਹ ਉਹ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਸੱਚ ਸਮਝਿਆ ਹੀ ਨਹੀਂ, ਸੱਚ ਨੂੰ ਜਿਉਇਆ ਹੈ। ਤਾਂ ਅੱਜ ਸਭ ਤੋਂ ਵੱਡੀ ਘਾਟ ਕਿੱਥੇ ਹੈ? ਮੈਂ ਉਸ ਭੈਣ ਨੂੰ ਕਿਹਾ, ਮੈਂ ਕਿਹਾ ਭੈਣੇ ਹੁਣ 90% ਉਹ ਨੇ ਜਿਹੜੇ ਦੇਵੀ ਸ਼ਕਤੀ ਨੂੰ ਮੰਨਦੇ ਨੇ। ਮੈਂ ਕਿੰਨਾ ਚੰਗਾ ਹੋਵੇ ਕਿ 90% ਉਹ ਲੋਕ ਹੋ ਜਾਣ, 80% ਉਹ ਲੋਕ ਹੋ ਜਾਣ, ਇੱਕ ਲੋਕ ਲਹਿਰ ਬਣ ਜਾਏ ਜਿਸ ਲੋਕ ਲਹਿਰ ਦੇ ਵਿੱਚ ਜੇ ਕਿਸੇ ਨੇ ਪਿੰਡ ਦੇ ਵਿੱਚ ਕੋਈ ਬਲਾਤਕਾਰ ਕੀਤਾ ਹੈ ਚਾਹੇ ਸਰਕਾਰ ਕੋਈ ਉਹਦੇ ਲਈ ਸਖਤ ਰੂਲ ਬਣਾਉਂਦੀ ਹੈ ਜਾਂ ਨਹੀਂ, ਪਰ ਜਦੋਂ ਹਰ ਇਨਸਾਨ ਦੀ ਆਵਾਜ਼ ਇੱਕ ਹੋਏਗੀ ਉਹ ਚਾਹੇ ਕਿੰਨਾ ਵੀ ਜ਼ੁਲਮ ਕਰਨ ਵਾਲਾ ਕਿਉਂ ਨਹੀਂ ਹੋਏਗਾ ਉਹਨੂੰ ਸਜ਼ਾ ਮਿਲੇਗੀ। ਤੁਸੀਂ ਅੱਜ ਵੀ ਦੇਖੋ ਜਿਹੜੇ ਲੋਕ ਜਿਹੜੇ ਕਾਫਲੇ ਬਣ ਕੇ ਕਿਸੇ ਦੇ ਪਿੱਛੇ ਜੇ ਛੋਟੀ ਬੱਚੀ ਦੇ ਨਾਲ ਬਲਾਤਕਾਰ ਹੋਇਆ ਸੀ ਤੇ ਉਹਦੀ ਫੇਸਬੁੱਕ ਤੇ ਜਾਂ ਛੋਟੀ ਬਿਲਕੁਲ ਬੱਚੀ ਸੀ ਤੇ ਲੋਕਾਂ ਨੇ ਇੱਕ ਆਵਾਜ਼ ਲੋਕ ਲਹਿਰ ਬਣ ਗਈ। ਉਸ ਲੋਕ ਲਹਿਰ ਨੇ ਬਹੁਤ ਜਲਦੀ ਉਹਨਾਂ ਨੂੰ ਇਨਸਾਫ ਦਵਾ ਦਿੱਤਾ। ਅੱਜ ਵੀ ਤੁਸੀਂ ਪਿੰਡ ਦੇ ਵਿੱਚ ਦੇਖੋ ਕਿਸੇ ਨਾਲ ਧੱਕੇਸ਼ਾਹੀ ਹੋ ਰਹੀ ਹੈ, ਕੁਝ ਲੋਕ ਰਲ ਕੇ, ਇਹ ਨਹੀਂ ਕਿ ਘਾਟ ਹੈ, ਬਹੁਤ ਪਿੰਡਾਂ ਵਿੱਚ ਨੌਜਵਾਨ ਨੇ ਜਿਹੜੇ ਜਾਗਰੂਕ ਨੇ, ਜਿਹੜੇ ਸਮਝ ਰਹੇ ਨੇ ਕਿ ਇਸ ਚੀਜ਼ ਨੂੰ ਕਿ ਸਾਨੂੰ ਮਤਲਬ ਜੇ ਕਿਸੇ ਨਾਲ ਧੱਕਾ ਹੋ ਰਿਹਾ ਤੇ ਉਹਦਾ ਸਾਥ ਦੇਣਾ ਚਾਹੀਦਾ ਤੇ ਉਹਨਾਂ ਦੀ ਜਿੱਤ ਵੀ ਹੁੰਦੀ ਹੈ। ਤੇ ਮੈਂ ਕਿਹਾ ਕਿ ਭੈਣੇ ਰੱਬ ਤਾਂ ਹੈ ਸਾਡੇ ਅੰਦਰ, ਜਦੋਂ ਅਸੀਂ ਆਪਣੇ ਅੰਦਰਲੇ ਰੱਬ ਨੂੰ ਪੋਜ਼ਿਟਿਵ ਥਾਟ ਨੂੰ ਇਗਨੋਰ ਕਰਦੇ ਹਾਂ ਉਦੋਂ ਅਸਲ ਵਿੱਚ ਸਾਡਾ ਨੁਕਸਾਨ ਹੁੰਦਾ ਹੈ। ਤਾਂ ਫਿਰ ਉਸ ਭੈਣ ਨੇ ਗੱਲ ਮੰਨੀ ਕਿ ਬਿਲਕੁਲ ਵੀਰ ਜੀ, ਫਿਰ ਇਹਦਾ ਮਤਲਬ ਕਿ ਸਾਨੂੰ ਜ਼ਿਆਦਾਤਰ, ਉਹ ਭੈਣ ਕਹਿੰਦੀ ਕਿ ਸਾਨੂੰ ਜ਼ਿਆਦਾਤਰ ਪੁਜਾਰੀ ਵਾਲੇ ਜਿਹੜੇ ਰੱਬ ਨਾਲ ਜਿਹੜਾ ਉਹ ਜੋੜਿਆ ਗਿਆ। ਸੋ ਇਹ ਗੱਲ ਸਾਨੂੰ ਸਮਝਣੀ ਪਏਗੀ ਕਿ ਦੇਵੀ ਸ਼ਕਤੀ ਵਾਲੇ ਰੱਬ ਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਤੇ ਗੁਰਬਾਣੀ ਵਿੱਚ ਹੁਣ ਤੁਸੀਂ ਵੀਰ ਜੀ ਪੜ੍ਹਦੇ ਹੋ, ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਉਹ ਕਰਤਾ ਪੁਰਖ ਹੈ। ਹੁਣ ਕਰਤਾ ਪੁਰਖ ਦੇ ਜਦੋਂ ਅਰਥ ਕਰਦੇ ਆ ਤਾਂ ਕੁਦਰਤੀ ਜੋ ਉਹਦੇ ਨਿਯਮ ਨੇ, ਜੋ ਆਲੇ ਦੁਆਲੇ ਦੀ ਜਿਹੜੀ ਸਾਡੇ ਸਾਹਮਣੇ ਦਿਸ ਰਹੀ ਸ੍ਰਿਸ਼ਟੀ ਹੈ, ਬਾਹਰੀ ਪੱਖ, ਤਾਂ ਇਹ ਕਰਤਾ ਪੁਰਖ, ਇਹਦੇ ਭਾਵ ਅਰਥ ਕਿਤੇ ਨਾ ਕਿਤੇ ਹਰ ਇਨਸਾਨ ਦੇ ਅੰਦਰ ਵੀ ਢੁਕਦੇ ਨੇ। ਉਹ ਕੀ ਕਿ ਜਿਵੇਂ ਉਹ ਇੱਕ ਕਾਇਨਾਤ ਇੱਕ ਨਿਯਮ ਦੇ ਵਿੱਚ ਹੈ, ਕੁਦਰਤ ਸਾਰਾ ਕੁਝ ਬਣਾ ਕੇ ਆਪਣੇ ਵਿੱਚ ਜਿਹੜਾ ਉਹ ਵਸ ਰਿਹਾ, ਉਹਦੇ ਵਿੱਚ ਉਹਦਾ ਵਾਸਾ ਹੈ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਇਹਦੇ ਭਾਵ ਅਰਥ ਵੀ ਜੀ ਇਹ ਵੀ ਨੇ ਕਿ ਜਿਵੇਂ ਉਹ ਵਸ ਰਿਹਾ ਹੈ ਐਵੇਂ ਹੀ ਕਰਤਾ ਪੁਰਖ ਮੈਂ ਬਣਾ, ਮਤਲਬ ਮੈਂ ਆਪਣੇ ਕੰਮ ਆਪਣੀ ਜ਼ਿੰਮੇਵਾਰੀ ਨਾਲ ਕਰਾਂ। ਜਦੋਂ ਹਰ ਬੰਦਾ ਕੱਲ ਤੇ ਛੱਡ ਕੇ ਅੱਜ ਤੇ ਜੋ ਕੰਮ ਨੇ ਕਰਨ ਲੱਗ ਪਿਆ ਤੇ ਤੁਸੀਂ ਦੇਖਿਓ ਉਹਦੀ ਜ਼ਿੰਦਗੀ 'ਚ ਕਾਮਯਾਬੀ ਆਏਗੀ। ਤੁਸੀਂ ਕਿਤੇ ਪੁਜਾਰੀ ਕੋਲ ਜਾਇਓ, ਪੁਜਾਰੀ ਹਮੇਸ਼ਾ ਤੁਹਾਨੂੰ ਇਹ ਕਹੇਗਾ ਵੀ ਕੋਈ ਗੱਲ ਨਹੀਂ, ਆਉਣ ਵਾਲਾ ਸਮਾਂ ਉਹ ਕੱਲ ਤੇ ਲੈ ਕੇ ਜਾਂਦਾ, ਅੱਜ ਤੇ ਨਹੀਂ ਕਰੇਗਾ। ਤੇ ਜਦੋਂ ਅਸੀਂ ਬਾਣੀ ਨੂੰ ਵੀਰ ਜੀ ਪੜ੍ਹਦੇ ਹਾਂ, ਬਾਣੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਕਹਿੰਦੇ ਹੇ ਇਨਸਾਨ ਆਪਣੇ ਆਪ ਨੂੰ ਖੋਜ। ਹੁਣ ਜਦੋਂ ਮੈਂ ਆਪਣੇ ਆਪ ਨੂੰ ਰੋਜ਼ ਖੋਜਣ ਲੱਗ ਪਿਆ ਮੈਨੂੰ ਮੇਰੇ 'ਚੋਂ ਕਮੀਆਂ ਦਿਸਣਗੀਆਂ ਕਿ ਮੇਰੇ 'ਚ ਕਿੱਥੇ ਕਮੀ ਹੈ, ਮੈਂ ਕਿੰਨਾ ਕੁ ਗੁਲਾਮ ਆ, ਮੈਂ ਕਿੰਨੀਆਂ ਕੁ ਉਲਝਣਾਂ ਵਿੱਚ ਉਲਝ ਰਿਹਾ। ਹੁਣ ਜਦੋਂ ਆਪਣੇ ਆਪ ਨੂੰ ਖੋਜਾਂਗੇ ਫਿਰ ਜਿਹੜਾ ਸੱਚਾ ਗਿਆਨ ਪੈਦਾ ਹੋਏਗਾ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਉਹ ਸੱਚਾ ਗਿਆਨ ਹੀ ਸਾਡਾ ਗੁਰੂ ਹੈ ਜਿਸ ਨੂੰ ਬਾਣੀ ਵਿੱਚ ਕਿਹਾ ਗਿਆ ਹੈ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਮੁਸਲਮਾਨ ਵਿੱਚ ਵੀ ਹੈ, ਈਸਾਈ ਵਿੱਚ, ਮਤਲਬ ਦੁਨੀਆ ਦੇ ਸਮੁੱਚੇ ਇਨਸਾਨ ਦੇ ਅੰਦਰ ਇਹ ਗੁਰੂ ਹੈ। ਪਰ ਇਸ ਜੇ ਮੰਨ ਲਓ ਗੁਰੂ ਸਾਹਿਬ ਨੇ ਸਾਰਿਆਂ ਨੂੰ ਵੱਖ-ਵੱਖ ਹੀ, ਜਿਵੇਂ ਜੇ ਆਪਾਂ ਸਮਝ ਕੇ ਬੈਠੇ ਹਾਂ ਵੀ ਮੁਸਲਮਾਨ ਆ ਜਿਹੜਾ ਉਹ ਸਾਡੇ ਨਾਲ ਨਹੀਂ, ਇੱਦਾਂ ਦਾ ਨਹੀਂ ਹੋ ਸਕਦਾ ਵੀ ਸਾਡਾ ਇੱਕ ਦਾਇਰਾ ਵੱਖਰਾ, ਸਾਡੀ ਹੈ ਨਾ, ਸਾਡਾ ਸਾਰਾ ਕੁਝ ਵੱਖ ਆ, ਹਿੰਦੂ ਵੱਖ ਆ। ਫਿਰ ਇਹ ਵੀ ਗੱਲ ਹੈ ਵੀ ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਵੀ ਏਕ ਪਿਤਾ
ਜੀ ਏਕ ਸਕੇ ਹਮ ਬਾਤ ਬਿਲਕੁਲ। ਕਹਿੰਦੇ ਸਿੱਖਾਂ ਵਾਸਤੇ ਹੋਏਗਾ। ਅਸਲ ਵਿੱਚ ਵੀਰ ਜੀ ਬਹੁਤੇ ਕੁਦਰਤ ਕੇ ਸਭ ਬੰਦੇ ਬਹੁਤੇ ਪ੍ਰਚਾਰਕ ਵੀ ਇਹਨਾਂ ਚੀਜ਼ਾਂ 'ਚ ਅੱਜ ਉਲਝ ਗਏ ਨੇ। ਉਲਝ ਗਏ। ਹਾਂ ਕਿਤੇ ਨਾ ਕਿਤੇ ਉਹ ਇਹ ਵੀ ਪੜ੍ਹੀ ਜਾਂਦੇ ਏਕ ਪਿਤਾ ਏਕ ਸਕੇ ਬਾਰਕ, ਏਕ ਪਿਤਾ ਏਕ ਸਕੇ ਹਮ ਬਾਰਕ, ਉਹ ਪੜ੍ਹ ਰਹੇ ਨੇ, ਪਰ ਉਹ ਬਾਰਕ ਕਿਹਨਾਂ ਨੂੰ ਕਹਿ ਰਹੇ? ਜਿਹੜੇ ਗੁਰਦੁਆਰੇ ਦੀ ਇਮਾਰਤ ਵਿੱਚ ਇਕੱਲਾ ਬੈਠੇ ਹੋਏ ਨੇ, ਉਹ ਯੂਨੀਵਰਸਲ ਨਹੀਂ ਸੋਚ ਰਹੇ। ਜਦੋਂ ਉਹ ਗੁਰੂ ਦੇ ਵੀ ਅਰਥ ਕਰਦੇ, ਉਹ ਕਹਿੰਦੇ ਸਾਡੇ ਗੁਰੂ ਜੀ, ਆਪਣੇ ਗੁਰੂ ਜੀ, ਮਤਲਬ ਜਿੱਦਾਂ ਪੁਜਾਰੀ ਨੇ ਸ਼੍ਰੇਣੀਆਂ ਵੰਡੀਆਂ ਉਦਾਂ ਹੀ ਸਿੱਖੀ ਦੇ ਵਿੱਚ ਸ਼੍ਰੇਣੀਆਂ ਵੰਡ ਦਿੱਤੀਆਂ ਗਈਆਂ। ਹਾਲਾਂਕਿ ਗੁਰੂ ਸਾਹਿਬ ਜੀ ਕਹਿੰਦੇ ਵੀ ਗਿਆਨ, ਸੱਚਾ ਗਿਆਨ ਤਾਂ ਸਭ ਦਾ ਹੈ ਜੋ ਤੁਹਾਡੇ ਅੰਦਰ ਹੈ ਭਾਈ। ਆਪਣੇ ਅੰਦਰ ਬਾਣੀ, ਗੁਰੂ ਹੈ ਬਾਣੀ। ਬਾਣੀ ਮਤਲਬ ਆਵਾਜ਼, ਸੱਚੇ ਥਾਟ ਜਿਹੜੇ ਤੁਹਾਨੂੰ ਆਪਣੇ ਵੱਲ ਨੂੰ ਖਿੱਚਦੇ ਨੇ, ਉਹ ਤੁਹਾਡੇ ਅੰਦਰ। ਜਦੋਂ ਆਪਾਂ ਕੋਈ ਵੀ ਬੁਰਾ ਕੰਮ ਕਰਦੇ ਹਾਂ ਦੋਸਤੋ, ਤੁਸੀਂ ਸਮਝਦੇ ਹੋਵੋਗੇ, ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦਾ ਬੁਰਾ ਕੰਮ ਕਰਦੇ ਹਾਂ ਤਾਂ ਸਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਉਹ ਵੀਰ ਜੀ ਉਹ ਬਾਣੀ ਹੈ। ਜਦੋਂ ਹਰ ਬੰਦਾ ਸਮਝਣ ਲੱਗ ਪਿਆ, ਮੰਨ ਲਓ ਮੈਨੂੰ ਕਿਸੇ ਭਾਸ਼ਾ ਦਾ ਗਿਆਨ ਨਹੀਂ, ਮੇਰੇ ਅੰਦਰੋਂ ਆਵਾਜ਼ ਆਈ ਤੈਨੂੰ ਸਿੱਖਣੀ ਚਾਹੀਦੀ ਹੈ। ਹੁਣ ਗੁਣ ਬੰਦੇ ਦੇ ਅੰਦਰ ਆਵਾਜ਼ ਆ ਰਹੀ, ਤੂੰ ਇਹਨੂੰ ਸਿੱਖ। ਜਦੋਂ ਅਸੀਂ ਉਹਨੂੰ ਸਿੱਖਾਂਗੇ ਮਤਲਬ ਅਸੀਂ ਬਾਣੀ ਨੂੰ ਫੋਲੋ ਕਰ ਰਹੇ ਹਾਂ। ਹੁਣ ਬਾਣੀ ਦੇ ਵੀ ਅਰਥ ਕਿਤੇ ਨਾ ਕਿਤੇ ਸੀਮਤ ਕਰ ਦਿੱਤੇ ਗਏ ਵੀਰ ਜੀ। ਜਿਹੜੀ ਯੂਨੀਵਰਸਲ ਗੱਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕੀਤੀ ਹੈ ਨਾ, ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਯੂਨੀਵਰਸਲ ਵਿਚਾਰਧਾਰਾ ਤੋਂ ਤੋੜ ਕੇ ਕਿਤੇ ਨਾ ਕਿਤੇ ਦਾਇਰਾ ਇੱਕ ਛੋਟਾ ਜਿਹਾ ਸੀਮਤ ਕਰ ਦਿੱਤਾ ਗਿਆ ਬਾਣੀ ਦਾ। ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਨਾ ਵੀਰ ਜੀ, ਉਹ ਯੂਨੀਵਰਸਲ ਹੈ। ਉਹ ਜਦੋਂ ਇੱਕ ਮੁਸਲਮਾਨ ਸਮਝੇਗਾ, ਉਹਨੂੰ ਲੱਗੇਗਾ ਇਹ ਤਾਂ ਮੇਰੇ ਅੰਦਰ ਦੀ ਗੱਲ ਹੈ, ਕਿਉਂਕਿ ਗੁਰੂ ਰੱਬ ਵੀਰ ਜੀ ਕਿਤੇ ਬਾਹਰ ਨਹੀਂ, ਉਹ ਸਾਡੇ ਸਭ ਤੋਂ ਪਹਿਲਾਂ ਅੰਦਰ ਹੈ। ਜਿਹੜਾ ਬੰਦਾ ਆਪਣੇ ਅੰਦਰਲੇ ਰੱਬ ਨੂੰ, ਗੁਰੂ ਨੂੰ ਸਮਝ ਗਿਆ, ਉਹ ਬਾਹਰਲੇ ਤੋਂ ਵੀ ਭੁਲੇਖਾ ਨਹੀਂ ਖਾਏਗਾ। ਹੁਣ ਬਾਹਰਲਾ ਗੁਰੂ ਕੀ ਹੈ? ਗੁਰਬਾਣੀ ਵਿੱਚ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਹੁਣ ਵੀਰ ਜੀ ਮੰਨ ਲਓ ਕਿ ਜੇ ਇਸ ਪੰਕਤੀ ਨੂੰ ਕੱਲਾ ਆਪਣੇ ਅੰਦਰ ਤੱਕ ਹੀ ਟੁਕਾਵਾਂਗੇ, ਹੁਣ ਆਪਾਂ ਸੋਚ ਕੇ ਦੇਖੀਏ ਕਿ ਆਪਣੇ ਕੋਲ ਕਿੰਨਾ ਕੁ ਗਿਆਨ ਹੈ। ਇੱਕ ਬੰਦੇ ਕੋਲ ਇੱਕ ਚੀਜ਼ ਦਾ ਗਿਆਨ ਹੋਏਗਾ, ਮੰਨ ਲਓ ਕੋਈ ਡਾਕਟਰ ਹੈ, ਉਹਨੂੰ ਡਾਕਟਰੀ ਦਾ, ਉਹਨੂੰ ਦੂਜਾ ਗਿਆਨ ਨਹੀਂ ਹੈਗਾ। ਹੁਣ ਇੱਥੇ ਗੁਰ ਮੇਰੇ ਸੰਗ ਮਤਲਬ ਸੱਚਾ ਗਿਆਨ ਜੋ ਤੇਰੇ ਅੰਦਰ ਹੈ, ਤੇ ਜੋ ਪਲੱਸ ਬਾਹਰ ਤੈਨੂੰ ਸੱਚਾ ਗਿਆਨ ਦਿਸ ਰਿਹਾ, ਤੈਨੂੰ ਸਮਝ ਵਿੱਚ ਆ ਰਿਹਾ, ਤੂੰ ਉਹਦੇ ਵੱਲ ਜਾ। ਤੂੰ ਜਦੋਂ ਉਹਦੇ ਵੱਲ ਜਾਏਗਾ ਫਿਰ ਤੂੰ ਆਰੋਗੀ ਹੋਏਗਾ, ਮਤਲਬ ਰੋਗ ਤੋਂ ਰਹਿਤ ਹੋਏਗਾ, ਆਜ਼ਾਦ ਹੋਏਗਾ। ਆਜ਼ਾਦੀ ਵਾਲੀ ਜ਼ਿੰਦਗੀ ਵਿੱਚ ਹੀ ਅਸਲ ਖੁਸ਼ਹਾਲੀ ਹੈ ਜੀ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੱਲ ਆ ਗਈ ਨਾ ਪ੍ਰੈਕਟੀਕਲ ਦੀ। ਜਦੋਂ ਯੂਨੀਵਰਸਲ ਗਿਆਨ ਨੂੰ, ਸੱਚੇ ਨੂੰ ਤੂੰ ਆਪਣੀ ਅੰਦਰ ਫੋਲੋ ਕਰਕੇ ਚੱਲੇਗਾ, ਸਿਮਰੇਗਾ, ਉਹਨੂੰ ਸਦਾ ਸੰਭਾਲ, ਉਹਨੂੰ ਜਦੋਂ ਤੂੰ ਆਪਣੇ ਅੰਦਰ ਸਿਮਰੇਗਾ ਫਿਰ ਉਹ ਤੇਰੀ ਸੰਭਾਲ ਕਰੇਗਾ। ਜੇ ਤੂੰ ਸਿਮਰੇਗਾ ਨਹੀਂ ਫਿਰ ਉਹ ਤੇਰੀ ਸੰਭਾਲ ਵੀ ਕਿਵੇਂ ਕਰੇਗਾ? ਤੇ ਹੁਣ ਇੱਥੇ ਕਿਹਾ ਜਾਂਦਾ ਹੈ ਵੀ ਜਦੋਂ ਗੁਰੂ ਦੀ ਕਿਰਪਾ ਹੋਏਗੀ, ਤੇ ਕਿਰਪਾ ਕੀ? ਉਹ ਤਾਂ ਤੁਹਾਡੇ ਅੰਦਰ ਹੈ। ਕਿਹੜੀ ਕਿਰਪਾ ਦੀ ਤੁਸੀਂ ਉਡੀਕ ਕਰ ਰਹੇ ਹੋ ਆਪਣੇ ਅੰਦਰ? ਜਿਹੜੀ ਗੱਲ ਤੇ ਪਹਿਲਾਂ ਕੀਤੀ ਹੈ ਨਾ ਵੀ ਪਿਆਰੀ ਕਹਿੰਦਾ ਵਾ ਵੀ ਕੱਲ ਤੋਂ ਜੀ, ਪਿਆਰੀ ਨਾ ਬਾਣੀ ਕਹਿੰਦੀ ਵੀ ਅੱਜ ਮਲਾਵਾ ਸ਼ੇਖ ਫਰੀਦ, ਬਿਲਕੁਲ, ਜਾਂ ਬਾਣੀ ਕਹਿੰਦੀ ਆਪ ਸਵਾਰੇ ਮੈਂ ਮਿਲੇ। ਵੀ ਜਿਹੜੀ ਗੱਲ ਅੱਜ ਦੀ ਗੱਲ ਹੁੰਦੀ ਆ, ਪਿਆਰੀ ਨੂੰ ਕੱਲ ਤੇ ਲੈ ਕੇ ਜਾਂਦਾ। ਉਹਦਾ ਕਾਰਨ ਕੀ ਹੈ? ਵੀ ਜੇ ਇਹਨੇ ਅੱਜ ਦੀ ਕੀਤੀ ਤੁਸੀਂ ਭੱਜੋਗੇ, ਠੀਕ ਹੈ ਨਾ। ਉਹ ਅੱਜ ਤੁਹਾਨੂੰ ਆਪਣੇ ਨਾਲ ਜੁੜ ਕੇ, ਉਹ ਚਾਹੇ ਪ੍ਰਚਾਰਕ ਹੈ, ਚਾਹੇ ਕੋਈ ਹੋਰ ਵਰਗ ਲਾ ਲਓ, ਸਿੱਖ ਲਾ ਲਓ, ਈਸਾਈ ਲਾ ਲਓ, ਕੋਈ ਵੀ ਲਾ ਲਓ, ਜਿਹੜਾ ਇਹ ਚੀਜ਼ ਕਹਿੰਦਾ ਵੀ ਕੱਲ ਤੇ ਰੱਖੋ, ਕੱਲ ਤੇ ਨਹੀਂ, ਇੰਨੀਆਂ ਮੱਸਿਆ ਨਾ ਜੀ, ਤੂੰ ਸੰਗਰਾਂਦਾ ਜਾਏਗਾ, ਉਹਦਾ ਮਤਲਬ ਤੁਹਾਡਾ ਅੱਜ ਨਹੀਂ ਸਵਾਰਨਾ ਚਾਹੁੰਦਾ ਜੀ, ਠੀਕ ਹੈ। ਅੱਜ ਕੀ, ਅੱਜ ਤੁਸੀਂ ਉਹਦੇ ਨਾਲ ਜੁੜ ਕੇ ਰਹਿਣਾ, ਉਹਨੇ ਤੁਹਾਨੂੰ ਕੱਲ ਦੀ ਗੱਲ ਉਹ ਕਰੇਗਾ, ਅੱਜ ਦੀ ਨਹੀਂ ਕਰੇਗਾ। ਵੀ ਗੁਰਬਾਣੀ ਸਾਨੂੰ ਅੱਜ ਬਾਰੇ ਕਹਿੰਦੀ ਹੈ ਵੀ ਅੱਜ ਬੰਦਿਆ ਜਾਗ, ਬਿਲਕੁਲ, ਅੱਜ ਸਮਝ, ਉਦਮ ਕਰਿੰਦਿਆਂ ਜੀਓ। ਹਾਂ, ਇਹ ਉਦਮ ਕੱਲ ਦੀ ਗੱਲ ਨਹੀਂ ਹੈ, ਇਹ ਅੱਜ ਦੀ ਗੱਲ ਹੈ ਵੀਰ ਜੀ। ਜਿਹੜਾ ਸਤਨਾਮ ਹੈ, ਸਤਨਾਮ ਨੇ ਕਦੀ ਵੀ ਇਹ ਨਹੀਂ ਕਿਹਾ ਕਿ ਤੂੰ ਕੱਲ ਤੇ ਜਾ। ਹਾਂਜੀ, ਸਤਨਾਮ ਅੱਜ ਹੈ। ਹਾਂਜੀ, ਆਪਣੇ ਆਪ ਨੂੰ ਸੱਚਾ ਬਣਾ। ਸਤਨਾਮ ਆਪਣੀ ਹੋਂਦ। ਜੇ ਤੂੰ ਇੱਕ ਪੁੱਤ ਹੈ, ਪੁੱਤਾਂ ਵਾਲੇ ਫਰਜ਼ ਨਿਭਾ। ਜੇ ਤੂੰ ਇੱਕ ਪਿਤਾ ਹੈ, ਪਿਤਾ ਵਾਲੇ ਫਰਜ਼ ਨਿਭਾ ਜੀ। ਜੇ ਤੂੰ ਇੱਕ ਮਾਂ ਹੈ, ਮਾਂ ਵਾਲਾ ਫਰਜ਼ ਨਿਭਾ। ਹਰ ਬੰਦਾ ਆਪਣੇ ਆਪ ਨੂੰ ਸਤਨਾਮ ਬਣਾਉਣ ਵੱਲ ਤੁਰ ਪਿਆ, ਤੇ ਰੱਬ ਦਾ ਰੂਪ ਤੇ ਉਹ ਆਪ ਹੀ ਬਣ ਗਿਆ ਨਾ। ਹੁਣ ਇੱਥੇ ਇਹ ਨਹੀਂ ਦੱਸਿਆ ਜਾਂਦਾ ਕਿ ਤੂੰ ਰੱਬ ਹੈ, ਇੱਥੇ ਇਹ ਦੱਸਿਆ ਜਾਂਦਾ ਆ ਜਿਹੜੀ ਇਮਾਰਤ ਦੇ ਵਿੱਚ ਫੋਟੋ ਹੈ ਨਾ, ਤਸਵੀਰ ਹੈ ਨਾ, ਜਾਂ ਜਿਹੜੀ ਮੂਰਤੀ ਹੈ ਨਾ, ਇੱਥੋਂ ਤੱਕ ਵੀਰ ਜੀ ਮੈਨੂੰ ਮਾਫ ਕਰਨਾ, ਰੱਬ ਦੀ ਜਦੋਂ ਗੱਲ ਆਈ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹੀ ਮੂਰਤੀ ਦੀ ਜਗ੍ਹਾ ਖੜਾ ਕਰ ਦਿੱਤਾ ਗਿਆ। ਹਾਲਾਂਕਿ ਜਦੋਂ ਸਤਿਗੁਰਾਂ ਦੀ ਮਿੱਠੀ ਪਿਆਰੀ ਬਾਣੀ ਨੂੰ ਪੜ੍ਹਦੇ ਆ ਤਾਂ ਸਤਿਗੁਰਾਂ ਨੇ ਕਿਹਾ, ਪਿਆਰਿਆ ਆਪਣੇ ਅੰਦਰ ਨੂੰ, ਜਿਵੇਂ ਹਰ ਮੰਦਰ ਇਹ ਸਰੀਰ ਹੈ, ਹਾਂਜੀ, ਐਵੇਂ ਗੁਰੂ ਸਾਹਿਬ ਨੇ ਕਿਹਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੁਆਰੇ ਦੇ ਅਰਥ ਵਿੱਚ ਹੀ ਇੱਕ ਇਮਾਰਤ ਨਹੀਂ, ਗੁਰੂ ਦੁਆਰਾ ਮਤਲਬ ਤੇਰੇ ਅੰਦਰ ਜੋ ਤੈਨੂੰ
ਸੱਚ ਵੱਲ ਲੈ ਕੇ ਜਾ ਰਿਹਾ ਹੈ। ਹਾਂ। ਸੱਚਾ ਗਿਆਨ ਗੁਰੂ ਦੇ ਦੁਆਰੇ ਆ ਤੇ ਤੈਨੂੰ ਸੋਝੀ ਮਿਲੇਗੀ। ਤੇ ਜੇ ਤੂੰ ਗੁਰੂ ਦਾ ਗਿਆਨ ਵਿੱਚ ਹੀ ਹਰ ਪੋਜ਼ਿਟਿਵਿਟੀ, ਚਾਹੇ ਉਹ ਕਿਸੇ ਲਿਖਤ ਦੇ ਵਿੱਚ ਹੈ, ਚਾਹੇ ਉਹ ਕਿਤੇ ਕਿਸੇ ਕੋਲੋਂ ਗੁਣ ਸਿੱਖ ਕੇ ਹੈ, ਹਰ ਪੋਜ਼ਿਟਿਵਿਟੀ ਗੁਰੂ ਹੈ, ਸੱਚੀ ਪੋਜ਼ਿਟਿਵਿਟੀ, ਨਾ ਕਿ ਝੂਠੀ ਪੋਜ਼ਿਟਿਵਿਟੀ। ਉਹ ਗਿਆਨ ਕਾਹਦਾ ਗਿਆਨ ਜਿਹਦਾ ਸੰਬੰਧ ਹੀ ਝੂਠ ਨਾਲ ਹੈ। ਇੱਥੇ ਗੁਰੂ ਸਾਹਿਬ ਨੇ ਸੱਚੇ ਗਿਆਨ ਦੀ ਗੱਲ ਕੀਤੀ ਹੈ। ਸੱਚੇ ਗਿਆਨ ਵਿੱਚ ਝੂਠ ਨਹੀਂ ਹੈਗਾ। ਜੋ ਝੂਠਾ ਗਿਆਨ ਹੈ, ਵੀਰ ਜੀ ਇਹ ਵੀ ਗੱਲ ਕਲੀਅਰ ਕਰਨ ਵਾਲੀ ਹੈ ਕਿ ਜਿਹੜਾ ਝੂਠਾ ਗਿਆਨ ਹੈ ਉਹ ਅਸਲ ਵਿੱਚ ਮਨੁੱਖ ਨੂੰ ਗੁਲਾਮ ਬਣਾਉਂਦਾ ਹੈ, ਮਾਨਸਿਕ ਪੱਖੋਂ ਉਹਦੀ ਜ਼ਮੀਰ ਮਾਰਦਾ ਹੈ, ਉਹਨੂੰ ਵਹਿਮਾਂ ਵਿੱਚ ਪਾਉਂਦਾ ਹੈ, ਉਹਨੂੰ ਭਰਮਾਂ ਵਿੱਚ ਪਾਉਂਦਾ ਹੈ, ਜਿਸ ਨੂੰ ਆਪਾਂ ਗਿਆਨ ਨਹੀਂ ਅਗਿਆਨ ਕਹਿ ਸਕਦੇ। ਇਹਨੂੰ ਆਪਾਂ ਪ੍ਰਮਾਣ ਵੀ ਦੇ ਸਕਦੇ ਵੀ ਪੜ੍ਹਿਆ ਮੂਰਖ ਆਖੀਏ, ਪੜ੍ਹਿਆ ਮੂਰਖ ਜਿਸ ਲੱਭ ਲੋਭ ਅਹੰਕਾਰ। ਬਿਲਕੁਲ। ਇਹ ਉਹ ਪੜ੍ਹਿਆ ਵੀ ਬੰਦਾ ਕਾਹਦਾ ਵਾ ਜਿਹਦੇ ਅੰਦਰ ਲੋਭ ਆ ਜਾਵੇ, ਲੋਭ ਆ ਜਿਹੜਾ ਮੰਨ ਲਓ ਗਿਆਨ ਨੂੰ ਭੁੱਲ ਕੇ ਅਗਿਆਨ ਦੀ ਮੱਤ ਲੈ ਕੇ ਜ਼ਿੰਦਗੀ ਨੂੰ ਬਤੀਤ ਕਰਦਾ ਰਹੇ। ਬਿਲਕੁਲ। ਸੋ ਜਿੰਨੀਆਂ ਕੁ ਆਪਾਂ ਇਹ ਵਿਚਾਰਾਂ ਕੀਤੀਆਂ ਵਾ, ਜੀ ਆਪਾਂ ਆਸ ਕਰਦੇ ਹਾਂ ਵੀ ਜਿਹੜੇ ਵੀਰ ਇਹਨਾਂ ਵਿਚਾਰਾਂ ਨੂੰ ਸੁਣਨਗੇ ਉਹ ਜ਼ਰੂਰ ਇਹ ਵੀਡੀਓ ਦੇ ਥੱਲੇ ਆਪਣੇ ਕਮੈਂਟ ਜੋ ਆਪਣੇ ਵਿਚਾਰ ਤੁਸੀਂ ਜ਼ਰੂਰ ਸਾਂਝੇ ਕਰ ਸਕਦੇ ਆ। ਚੰਗਾ ਲੱਗੇ ਤੈਨੂੰ ਸ਼ੇਅਰ ਵੀ ਕਰਿਓ। ਦਾਅਵੇਦਾਰੀ ਕਿਸੇ ਚੀਜ਼ ਦੀ ਨਹੀਂ ਹੈ। ਹਾਂ, ਅਸੀਂ ਸਿੱਖ ਹਾਂ, ਹਮੇਸ਼ਾ ਸਿੱਖਣਾ ਹੈ ਜੀ। ਅੱਜ ਵੀ ਜੀ ਮੈਂ ਇੱਕ ਹੋਰ ਗੱਲ ਨਾਲ ਦੀ ਨਾਲ ਕਰਦਾ ਜਾਵਾਂ ਕਿ ਕਿਤੇ ਨਾ ਕਿਤੇ ਸਿੱਖਣ ਵਾਲੇ ਜਿਹੜੇ ਦੂਜਿਆਂ ਨੂੰ ਸਿਖਾਉਂਦੇ ਸਿਖਿਆਰਥੀ ਨੇ, ਜਿਨ੍ਹਾਂ ਨੂੰ ਅਸੀਂ ਸਿੱਖ ਪ੍ਰਚਾਰਕ ਕਹਿੰਦੇ ਆ, ਉਹਨਾਂ ਦਾ ਵੀ ਦਾਇਰਾ ਕਿਤੇ ਨਾ ਕਿਤੇ ਉਲਝ ਗਿਆ ਹੋਇਆ ਹੈ। ਉਲਝਣਾ ਪਏਗਾ। ਸਾਰਿਆਂ ਦੀ ਗੱਲ ਨਹੀਂ, ਪਰ ਬਹੁਤਿਆਂ 'ਚ ਜੀ ਕਿਤੇ ਨਾ ਕਿਤੇ ਉਹ ਅਸਿੱਧੇ ਰੂਪ ਦੇ ਵਿੱਚ ਜਿਹੜੀ ਉਹ ਦੈਵੀ ਸ਼ਕਤੀ ਵਾਲੇ ਰੱਬ ਗੁਰੂ ਨਾਲ ਜੁੜ ਗਏ ਨੇ ਤੇ ਸੰਗਤਾਂ ਨੂੰ ਵੀ ਜੋੜ ਰਹੇ ਨੇ। ਹਾਲਾਂਕਿ ਉਹ ਆਪ ਵੀ ਇਸ ਚੀਜ਼ ਤੋਂ ਪ੍ਰਤੀ ਕਲੀਅਰ ਨਹੀਂ ਹੈਗੇ। ਤਾਂ ਮੈਂ ਇੱਥੇ ਇਹੀ ਕਹਾਂਗਾ, ਬਹੁਤੀਆਂ ਉਲਝਣਾਂ 'ਚੋਂ ਆਪਣੇ ਆਪ ਨੂੰ ਸੁਲਝਾਉਣ ਵਾਸਤੇ ਆਪਣੇ ਆਪ ਨੂੰ ਰੋਜ਼ ਖੋਜੋ, ਆਪਣੇ ਆਪ ਨਾਲ ਗੱਲਾਂ ਕਰੋ, ਆਪਣੀਆਂ ਜ਼ਿੰਮੇਵਾਰੀਆਂ, ਆਪਣੇ ਅੰਦਰ ਦਾ ਸੱਚਾ ਨਜ਼ਰੀਆ ਸਮਝੋ। ਜਦੋਂ ਆਪਣੇ ਆਪ ਨੂੰ ਸਮਝਾਂਗੇ, ਬੰਦੇ ਖੋਜ ਦਿਲ ਹਰ ਰੋਜ਼, ਤਾਂ ਫਿਰ ਜਿਹੜਾ ਮੂਲ ਮੰਤਰ ਦਾ ਸਰੂਪ ਹੈ ਅਸੀਂ ਆਪ ਬਣਾਂਗੇ। ਅੱਜ ਸਭ ਤੋਂ ਦੁਖਾਂਤ ਇਹੋ ਵੱਡਾ ਨਾ ਵੀ ਬੰਦਾ ਹਰੇਕ ਗੁਰੂ ਦੀ ਗੱਲ ਅੱਜ ਦੇ ਸਮੇਂ 'ਚ ਘੱਟ ਹੁੰਦੀ ਹੈ। ਪਰਮਾਤਮਾ ਦੀ ਗੱਲ ਅੱਜ ਦੇ ਸਮੇਂ 'ਚ ਮਨੁੱਖ ਘੱਟ ਕਰ ਰਿਹਾ, ਜਿਹੜਾ ਸੱਚ ਦੱਸਣਾ ਚਾਹੀਦਾ। ਹਰੇਕ ਬੰਦਾ ਇਹੋ ਕਹੀ ਜਾਂਦਾ ਮੈਂ ਸਿਆਣਾ, ਮੈਂ ਸਿਆਣਾ, ਮੈਂ ਸਿਆਣਾ, ਮੈਂ ਸਿਆਣਾ, ਮੇਰੀ ਗੱਲ ਸਮਝੋ। ਹਾਂ, ਉਹ ਚਾਹੇ ਲਿਖ ਕੇ ਕੋਈ ਪ੍ਰਗਟ ਕਰੀ ਜਾਂਦਾ, ਕੋਈ ਬੋਲ ਕੇ ਕਰੀ ਜਾਂਦਾ। ਉਹ ਕਹਿੰਦਾ ਵੀ ਨਹੀਂ, ਜਿਹੜੀ ਗੱਲ ਆਪਣੀ ਮੇਰੇ ਕੋਲ ਆ ਦੂਜੇ ਕੋਲ ਨਹੀਂ ਹੈ, ਦੂਜੇ ਕੋਲ ਨਹੀਂ। ਕਿਉਂਕਿ ਜੇ ਦੂਜੇ ਨੇ ਲਿਖਤਾ ਨਹੀਂ ਇਹ ਨਹੀਂ ਸਹੀ ਹੈਗਾ ਵੀ ਮੇਰੀ ਜਿਹੜੀ ਗੱਲ ਮੈਂ ਸਹੀ, ਹਾਂ ਮੈਂ ਕਿਹਾ ਇਹ ਸਹੀ। ਬਿਲਕੁਲ। ਜਦੋਂ ਕਿ ਜੇ ਗੁਰੂ ਸਾਹਿਬ ਆਪਣੇ ਆਪ ਨੂੰ ਇੰਨਾ ਨੀਵਾਂ ਰੱਖ ਸਕਦੇ ਆ, ਅਖੀਰ ਤੇ ਬੇਨਤੀ ਕਰਕੇ ਖਿਮਾ ਮੰਗਣ ਲੱਗੇ ਆ ਵੀ ਗੁਰੂ ਅਰਜਨ ਸਾਹਿਬ ਨੇ ਜਦੋਂ ਗੁਰੂ ਸਾਹਿਬ ਦੀ ਬੀੜ ਸੰਪੂਰਨ ਕੀਤੀ ਆ, ਠੀਕ ਹੈ ਜੀ, ਹਾਂਜੀ, ਅਖੀਰ ਤੇ ਜਾ ਕੇ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਲਿਖਿਆ, ਤੇਰਾ ਕੀਤਾ ਜਾਤੂ ਨਾ ਮੈਨੂੰ ਜੋਗ ਕੀਤੋਈ, ਅਖੀਰ ਤੇ ਮੈਂ ਨਿਰਗੁਣ ਆ ਕੋ ਗੁਣ। ਕਿੱਡੀ ਵੱਡੀ ਗੱਲ ਸੀ ਗੁਰੂ ਸਾਹਿਬ ਦੀ ਵੀ ਇੰਨਾ ਵੱਡਾ ਖਜ਼ਾਨਾ ਤਿਆਰ ਕਰਕੇ ਅਖੀਰ ਤੇ ਇਹ ਗੱਲ ਕਹੀ ਜਾਵੇ ਕਿ ਮੈਂ ਨਿਰਗੁਣ, ਵੀ ਤੂੰ ਪਰਮਾਤਮਾ ਆਪ ਮੇਰੇ ਤੇ ਕਿਰਪਾ ਕੀਤੀ ਹੈ ਜੀ, ਤੂੰ ਮੈਨੂੰ ਗਿਆਨ ਦਿੱਤਾ, ਠੀਕ ਹੈ, ਤੂੰ ਮੈਨੂੰ ਇੰਨਾ ਵੱਡਾ ਕੀਤਾ। ਕਾਸ਼ ਕਿਤੇ ਅਖੀਰ ਤੇ ਬੇਨਤੀ ਕਰਨ ਲੱਗੇ ਵੀ ਸਾਡੇ ਪ੍ਰਚਾਰਕ ਵੀਰ ਇਹ ਚੀਜ਼ ਤੇ ਕਿਤੇ ਮਾਣ ਨਾ ਕਹਿਣ ਵੀ ਇਹ ਵੀ ਗੁਰੂ ਸਾਹਿਬ ਵੀ ਸਾਨੂੰ ਅਕਲ ਆਈ ਹੈ, ਅਸੀਂ ਦੂਜਿਆਂ ਨੂੰ ਵੀ ਸੱਚ ਦੱਸੀਏ, ਸਾਨੂੰ ਪਤਾ ਲੱਗਾ ਕਿ ਅਸੀਂ ਇਮਾਨਦਾਰੀ ਦੇ ਨਾਲ ਦੂਜਿਆਂ ਤੱਕ ਵੀ ਇਹਨੂੰ ਭੇਜਣ ਦੀ ਕੋਸ਼ਿਸ਼ ਕਰੀਏ। ਵੀ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਨੀ, ਤੇਰਾ ਕੀਤਾ ਜਾਤੂ ਨਾ, ਇਹ ਵੀਰ ਜੀ ਜਦੋਂ ਬੰਦਾ ਹੰਕਾਰ ਵਸ ਕੋਈ ਵੀ ਚੀਜ਼ ਕਰਦਾ ਹੈ ਨਾ ਜੀ, ਜਿਹੜਾ ਗੁਰੂ ਹੈ ਨਾ, ਸੱਚਾ ਗਿਆਨ ਗੁਰੂ, ਉਹਦੇ ਅੰਦਰੋਂ ਉਹਨੂੰ ਮਤਲਬ ਮਜ਼ਾ ਨਹੀਂ ਆਉਂਦਾ। ਜਿਹਨੂੰ ਕਹਿ ਲਈਏ ਨੈਚੁਰਲੀ ਜ਼ਿੰਦਗੀ ਜਿਹੜੀ ਹੈ ਖੁਸ਼ੀ ਨਹੀਂ ਮਿਲਦੀ। ਉਹ ਬਸ ਹੰਕਾਰ ਦਾ ਘੋੜਾ ਐਸਾ ਦਬਾਉਂਦਾ, ਕਿਉਂਕਿ ਉਹਦੇ ਅੰਦਰਲਾ ਜਿਹੜਾ ਗੁਰੂ ਉਹਦੇ ਨਾਲ ਤਾਂ ਸਹਿਮਤ ਹੀ ਨਹੀਂ ਹੈਗਾ। ਜਦੋਂ ਅਸੀਂ ਸੱਚੇ ਗਿਆਨ ਆਪਣੇ ਅੰਦਰਲੇ ਗੁਰੂ ਨਾਲ ਵੀਰ ਜੀ ਸਹਿਮਤ ਹੋ ਗਏ ਵੀ ਵਾਕਿਆ ਹੀ ਗੁਰੂ ਸਾਹਿਬ ਤੁਸੀਂ ਵੱਡੇ ਹੋ ਤੇ ਮੈਂ ਛੋਟਾ ਹਾਂ, ਮੇਰੀ ਮੱਤ ਛੋਟੀ ਹੈ, ਜਿਹੜੀ ਤੁਸੀਂ ਮੇਰੇ ਅੰਦਰ ਪ੍ਰਗਟ ਹੋ ਰਹੇ ਹੋ ਇਹ ਵੀ ਕੋਈ ਦੈਵੀ ਸ਼ਕਤੀ ਵਾਲਾ ਗੁਰੂ ਨਹੀਂ ਵੀ ਜਿਹੜਾ ਮੇਰੇ ਅੰਦਰ ਪ੍ਰਗਟ ਹੋ ਰਿਹਾ, ਜੋ ਮੈਂ ਸੱਚਾ ਗਿਆਨ ਲੈ ਕੇ ਸਿੱਖ ਰਿਹਾ। ਜਦੋਂ ਨੈਚੁਰਲੀ ਬੰਦਾ ਹੋ ਕੇ ਗੱਲ ਕਰੇ ਨਾ, ਫਿਰ ਤੁਸੀਂ ਦੇਖਿਓ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਕਿੰਨਾ ਖੇੜਾ ਆਉਂਦਾ ਤੇ ਪਲੱਸ ਉਹ ਜ਼ਰੂਰ ਸਵਾਰੇਗਾ, ਨਾ ਕਿ ਕਦੀ ਕੁਛ ਵਿਗਾੜੇਗਾ। ਤਾਂ ਲਾਸਟ ਵਿੱਚ ਮੈਂ ਇਹੀ ਕਹਾਂਗਾ ਕਿ ਆਪਣੇ ਆਪ ਨੂੰ ਖੋਜੀਏ, ਆਪਣੀਆਂ ਜ਼ਿੰਮੇਵਾਰੀਆਂ, ਆਪਣਾ ਆਲਾ ਦੁਆਲਾ ਆਪਣਾ ਸਮਝ ਕੇ ਉਹਨੂੰ ਇੱਕ ਘਰ ਸਮਝ ਕੇ ਸਵਾਰਨ ਦਾ ਯਤਨ ਕਰੀਏ। ਕੋਈ ਵੀ ਚੀਜ਼ ਗਲਤ ਨਹੀਂ ਹੈਗੀ, ਅਸੀਂ ਸਹੀ ਹਾਂ ਤੇ ਸਹੀ ਬਣਾਈਏ। ਇਹੀ ਹੈ ਰੱਬ ਦੀ ਸੇਵਾ, ਇਹੀ ਹੈ ਸੱਚੀ ਭਗਤੀ। ਬਾਕੀ ਵੀਰ ਜੀ ਤੁਸੀਂ ਲਾਸਟ ਵਿੱਚ ਜੋ ਬਾਕੀ ਅਖੀਰ ਤੇ ਸਾਰਿਆਂ ਦਾ ਧੰਨਵਾਦ, ਜਿੰਨੇ ਵੀਰ ਭੈਣਾਂ ਇੱਥੇ ਸਾਡੇ ਨਾਲ ਜੁੜੇ, ਜਿਨ੍ਹਾਂ ਨੇ ਸਾਰੀਆਂ ਗੱਲਾਂ ਨੂੰ ਉਹਨਾਂ ਨੂੰ ਸਰਵਣ ਕੀਤਾ। ਸੋ ਅਖੀਰ ਤੇ ਸਾਡੀ ਉਹ ਬੇਨਤੀ ਹੈ ਵੀ ਕੋਸ਼ਿਸ਼ ਕਰਦੇ ਰਹੋ ਕਰੋ, ਜਿਹੜਿਆਂ ਵੀਰਾਂ ਕੋਲੇ ਗਿਆਨ ਹੈ
ਜੀ ਜ਼ਰੂਰੀ ਨਹੀਂ ਹੈ ਵੀ ਜਿਹੜਾ ਕਿਤੋਂ ਪੜ੍ਹਿਆ ਉਹਦੇ ਕੋਲ ਹੀ ਗਿਆਨ ਆ। ਜੀ ਗਿਆਨ ਕਈ ਵਾਰ ਵੀਰ ਜੀ ਆਪਾਂ ਮਿਲਦੇ ਹਾਂ, ਕਿਸਾਨ ਖੇਤੀ ਕਰਦਾ ਉਹਦੇ ਕੋਲ ਬਹਿ ਜਾਓ। ਬਿਲਕੁਲ ਮੈਂ ਇਦਾਂ ਦੇ ਕਿਸਾਨ ਵੇਖੇ ਤੇ ਵਿਖਾ ਸਕਦਾ ਜਿਹੜੇ ਇਹ ਗੱਲ ਕਹਿੰਦੇ ਵੀ ਖੇਤਾਂ 'ਚ ਕੰਮ ਕਰਦੇ ਹਾਂ ਅਸੀਂ, ਰੁੱਖ ਨਾਲ ਆਪਣੇ ਜਿਹੜੇ ਪੌਦੇ ਲਾਏ ਨਿੱਕੇ ਨਿੱਕੇ, ਜੀ ਉਹਦੇ ਨਾਲ ਗੱਲ ਕਰਕੇ ਵੇਖੀ ਕਿੰਨਾ ਸਕੂਨ ਮਿਲਦਾ, ਵੀ ਕਿੰਨੀ ਵਧੀਆ ਸਾਰਾ ਕੁਝ ਵੇਖਦੇ ਆ ਤੇ ਕਿੰਨਾ ਅੰਦਰੋਂ ਮੰਨ ਲਓ ਇੱਕ ਖੁਸ਼ੀ ਦੀ ਲਹਿਰ ਮਿਲਦੀ ਹੈ। ਬਿਲਕੁਲ ਬਿਲਕੁਲ ਠੀਕ ਹੈ ਜੀ। ਸਾਡੇ ਨਾਲੋਂ ਬਾਣੀ ਪੜ੍ਹਨ ਵਾਲਿਓ ਮੈਂ ਕਈ ਵਾਰੀ ਸੋਚਦਾ ਵੀ ਉਹ ਬੰਦਾ ਚੰਗਾ ਜਿਹੜਾ ਖੇਤਾਂ 'ਚ ਹਲ ਵਾਹੁੰਦਾ ਤੇ ਹਰੇਕ ਦੇ ਅੰਦਰੋਂ ਰੱਬ ਨੂੰ ਵੇਖਣ ਡਿਆ, ਜਿਹਨੂੰ ਰੱਬ ਮੰਨ ਲਓ ਕਹਿ ਲਓ ਵੀ ਇੱਕ ਨਿਯਮ ਨੂੰ ਵੇਖ ਰਿਹਾ। ਵੀਰ ਜੀ ਐਸੇ ਡਾਕਟਰ ਨੇ, ਬੜੇ ਐਸੇ ਟੀਚਰ ਨੇ ਜਿਹੜੇ ਵਾਕਿਆ ਹੀ ਸੱਚੇ ਗੁਰੂ ਨੂੰ ਫੋਲੋ ਕਰਕੇ ਚੱਲ ਰਹੇ। ਉਹ ਗੱਲਾਂ ਭਾਵੇਂ ਘੱਟ ਕਰਦੇ ਹੋਣਗੇ ਪਰ ਉਹ ਵਾਕਿਆ ਹੀ ਮਤਲਬ ਉਹਨਾਂ ਦੀ ਜ਼ਿੰਦਗੀ 'ਚ ਸੱਚਾਈ ਝਲਕ ਰਹੀ ਹੋਏਗੀ। ਤੇ ਜਿਹੜੀ ਗੱਲ ਵੀਰ ਜੀ ਹੁਣੀ ਕਰ ਰਹੇ ਆ ਯੂਨੀਵਰਸਲ ਗੁਰੂ ਜੀ, ਉਹ ਬਹੁਤ ਵਿਸ਼ਾਲ ਹੈ ਜੀ। ਉਹਨੂੰ ਛੋਟੇ ਦਾਇਰੇ ਵਿੱਚ ਸੀਮਤ ਨਾ ਕਰੀਏ। ਕਿਤੇ ਨਾ ਕਿਤੇ ਦਾਅਵੇਦਾਰੀ ਜਿਹੜੀ ਅਸੀਂ ਜਤਾ ਦਿੰਦੇ ਆ ਨਾ, ਉਹਨੂੰ ਛੋਟੀ ਜੋ ਮੇਰੀ ਸੋਚ ਹੈ ਕੱਲੀ ਮੈਂ ਕਹਾਂ ਕਿ ਉਹੀ ਸਭ ਕੁਝ ਹੈ, ਨਹੀਂ। ਸੱਚੇ ਗਿਆਨ ਗੁਰੂ ਦੀ ਗੋਦ ਵਿੱਚ ਸਮੁੱਚੀ ਮਾਨਵਤਾ ਆ ਜਾਂਦੀ, ਚਾਹੇ ਉਹ ਡਾਕਟਰ ਹੈ ਵੀਰ ਜੀ, ਚਾਹੇ ਉਹ ਇੰਜੀਨੀਅਰਿੰਗ ਹੈ। ਹੁਣ ਇੱਕ ਬੰਦੇ ਨੇ ਸੋਚਿਆ ਮੈਂ ਬਿਲਡਿੰਗ ਬਣਾਉਣੀ ਹੈ ਵੀਰ ਜੀ, ਉਹ ਬੰਦਾ ਸੋਚ ਰਿਹਾ ਮੈਂ ਬਿਲਡਿੰਗ ਬਣਾਉਣੀ ਹੈ, ਉਹਦੇ ਮਨ 'ਚ ਖਿਆਲ ਆਇਆ, ਫਿਰ ਉਹ ਸੋਚਣ ਲੱਗਾ, ਉਹਦੇ ਤੇ ਵਿਚਾਰ ਕਰਨ ਲੱਗਿਆ। ਬੰਦੇ ਖੋਜ ਹੁਣ ਬਾਹਰੋਂ ਚੀਜ਼ ਦੇਖੀ, ਅੰਦਰ ਵਿਚਾਰ ਚੱਲ ਪਈ। ਫਿਰ ਉਹਨੇ ਦੇਖਿਆ ਵੀ ਜੇ ਮੈਂ ਇੱਦਾਂ ਦਾ ਬਣਾਏਗਾ ਤੇ ਇਹ ਇੰਨੀ ਸੋਹਣੀ ਲੱਗੇਗੀ, ਇਹਦੀ ਇੰਨੀ ਕੀਮਤ ਹੋਏਗੀ। ਫਿਰ ਉਸ ਖੋਜ ਦੇ ਵਿੱਚੋਂ ਜੋ ਚੀਜ਼ ਨਿਕਲੀ, ਉਸ ਖੋਜ ਵਿੱਚੋਂ ਸੱਚਾ ਗਿਆਨ ਗੁਰੂ। ਹਾਂਜੀ, ਅਸੀਂ ਇਹ ਚੀਜ਼ਾਂ ਬਹੁਤ, ਇੱਕ ਡਾਕਟਰ ਕੋਲੋਂ ਚੰਗੀ ਦਵਾਈ ਦੇਣ ਦੀ ਮਾਹਿਰਤਾ ਹੈ, ਹਾਂਜੀ, ਅਸੀਂ ਉਹਨੂੰ ਕਦੀ ਗਿਆਨ ਗੁਰੂ ਨਾਲ ਜੋੜਿਆ ਨਹੀਂ, ਸੱਚੇ ਗੁਰੂ ਨਾਲ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਰ ਸੱਚਾ ਗਿਆਨ ਤੇਰਾ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੰਮ੍ਰਿਤ ਮਤਲਬ ਮੌਤ, ਤੇ ਅੰਮ੍ਰਿਤ ਮੌਤ ਤੋਂ ਰਹਿਤ। ਉਹ ਚੀਜ਼ ਇਹਦੇ ਵਿੱਚੋਂ ਪ੍ਰਗਟ ਹੁੰਦੀ ਹੈ ਜਿਹੜੀ ਮੌਤ ਤੋਂ ਰਹਿਤ ਹੈ। ਤੇ ਪ੍ਰਸ਼ੰਸਾਵਾਂ ਵੀ ਫਿਰ ਹੁੰਦੀਆਂ ਨੇ ਜਦੋਂ ਬੰਦਾ ਕੋਈ ਇਸ ਜੀਵਨ ਨੂੰ ਅੰਦਰੋਂ ਮਰੇਗਾ ਨਹੀਂ, ਤੂੰ ਕਦੀ ਇਨਸਾਨੀਅਤ ਨਹੀਂ ਤੇਰੀ ਖਤਮ ਹੋਏਗੀ। ਸੋ ਅਖੀਰ ਤੇ ਸਾਰਿਆਂ ਦਾ ਧੰਨਵਾਦ, ਸਾਰਿਆਂ ਭੈਣਾਂ ਭਰਾਵਾਂ ਦਾ, ਤੇ ਵੀਰ ਜੀ ਦਾ ਵੀ ਧੰਨਵਾਦ। ਅੱਜ ਅਸੀਂ ਬੈਠੇ ਸੀ, ਸਬੱਬ ਬਣਿਆ ਵੀ ਦਿਲ ਕੀਤਾ ਵੀ ਕੁਝ ਨਾ ਕੁਝ ਜਿਹੜੀਆਂ ਗੁਰਮਤਿ ਦੀਆਂ ਗੱਲਾਂ ਇਹ ਸਾਹਮਣੇ ਰੱਖੀਆਂ ਜਾਣ। ਸੋ ਆਸ ਕਰਦੇ ਹਾਂ ਵੀ ਜਿਹੜੇ ਵੀਰ ਬਾਕੀ ਵੀ ਜਿਨ੍ਹਾਂ ਕੋਲੇ ਗਿਆਨ ਹੈ ਭਾਈ, ਜਿੰਨੇ ਜੋਗੇ ਹੈ ਆਪਾਂ ਲੋਕਾਂ ਤੱਕ, ਅੱਜ ਦੀ ਗੱਲ ਜ਼ਰੂਰੀ ਨਹੀਂ ਹੈ ਵੀ ਸਟੇਜ ਲੱਗੀ ਹੋਵੇ, ਵੱਡੀ ਜ਼ਿਆਦਾ ਸੰਗਤ ਹੋਵੇ। ਅੱਜ ਤੇ ਇੰਨਾ ਵਧੀਆ ਜ਼ਰੀਆ ਤੁਸੀਂ ਘਰੇ ਬਹਿ ਕੇ ਵੀ ਆਪਣੀ ਜਿਹੜੀ ਗੱਲ ਆ ਤੁਸੀਂ ਕਰ ਸਕਦੇ ਹੋ, ਦੂਜੇ ਕੋਲੋਂ ਸਿੱਖ ਸਕਦੇ ਹੋ। ਕਿਉਂਕਿ ਸਿੱਖਾਂਗੇ ਤਾਂ ਹੀ ਕੋਈ ਨਾ ਕੋਈ ਸਾਡਾ ਬਦਲੇਗਾ। ਅਸੀਂ ਖੁਦ ਵੀ ਸਵਰਾਂਗੇ। ਈਰਖਾ, ਦੁਵੈਦ ਭਾਵਨਾ, ਆਹ ਚੀਜ਼ਾਂ ਬਾਹਰ ਸੁੱਟੋ ਜੇ ਅਸੀਂ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਨਾ। ਜੇ ਆਪਾਂ ਇੱਕ ਦੂਜੇ ਦੀ ਚਿੱਕੜੀ ਸੁੱਟੀ ਜਾਣਾ। ਸੋ ਸੱਚ ਹੈ ਜਿਹੜਾ ਸੱਚ, ਮੈਂ ਇੱਕ ਬੇਨਤੀ ਕਹਿਣ ਲੱਗਾ, ਜਿਹੜਾ ਸੱਚ ਤੇ ਚੱਲਦਾ ਉਹਦਾ ਸਾਡਾ ਫਰਜ਼ ਬਣਦਾ ਸਾਥ ਦੇਣਾ। ਅੰਨੇ ਭਗਤ ਕਦੀ ਕਿਸੇ ਦਾ ਨਾ ਬਣੋ, ਭੇਡ ਚਾਲ ਕਦੀ ਨਾ। ਹਾਂ, ਜੇ ਤੁਸੀਂ ਕਿਸੇ ਪ੍ਰਚਾਰਕ ਨਾਲ ਵੀ ਜੁੜ ਗਏ ਹੋ, ਠੀਕ ਹੈ ਜੀ, ਪ੍ਰਚਾਰ ਸਾਡੇ ਵਿੱਚ ਤੇ ਬਜ਼ਾਰੀ ਲਾਣੇ ਵਿੱਚ ਕੋਈ ਬਾਹਲਾ ਫਰਕ ਨਹੀਂ। ਬਾਹਲੇ ਪ੍ਰਚਾਰਕਾਂ ਨੇ ਵੀ ਆਪਣੇ ਨਾਲ ਹੀ ਜੁੜਿਆ। ਹਰੇਕ ਬੰਦਾ ਕਹਿੰਦਾ ਵੀ ਨਹੀਂ ਆ ਸਾਡੇ ਵਾਲਾ ਵਧੀਆ ਬੋਲਦਾ, ਸਾਡੇ ਵਾਲਾ ਬਸ ਧੜਿਆਂ ਦੇ ਵਿੱਚ ਗਾਲੋ ਗਾਲੀ ਫੇਸਬੁੱਕ ਤੇ ਹੋਈ ਹੈ। ਜਿਹੜੀ ਧੜੇਬੰਦੀ, ਜਿਹੜੀ ਜਥੇਬੰਦੀ, ਸਿੱਖ ਪੰਥ ਸਾਡਾ ਸਭ ਕੁਝ ਸੀ। ਜਿਹਦੀ ਵਿਸ਼ਾਲਤਾ 'ਚ ਸਮੁੱਚੀ ਮਾਨਵਤਾ ਇੱਕ ਮਾਲਾ 'ਚ ਪਰੋ ਸਕਦੀ ਸੀ। ਉਹ ਤੋਂ ਬਾਅਦ ਫਿਰ ਜਥੇਬੰਦੀਆਂ 'ਚ ਤੇ ਅੱਜ ਇਹ ਪ੍ਰਚਾਰਕਾਂ ਦੇ ਕਨਸੈਪਟ ਚੱਲ ਰਹੇ ਵੀ ਮੇਰਾ ਵੱਡਾ ਗੁਰੂ ਆ ਪ੍ਰਚਾਰ। ਕਿਤੇ ਨਾ ਕਿਤੇ ਜਿਹੜੇ ਫਾਲੋਅਰ ਵੀ ਨੇ ਉਹ ਵੀ ਬੰਦਿਆਂ ਨੂੰ ਗੁਰੂ ਸਥਾਪਿਤ ਕਰਕੇ ਬੈਠੇ ਆ। ਇਹ ਗੱਲ ਮੰਨਣੀ ਪਏਗੀ, ਸਾਨੂੰ ਇਹ ਅਸੈਪਟ ਕਰਨੀ ਪਏਗੀ। ਸਾਡਾ ਗਿਆਨ ਗੁਰੂ ਜਿੱਥੋਂ ਸਹੀ ਗੱਲ ਸਮਝਦੇ ਹਾਂ ਅਸੀਂ, ਜਿਹਦੇ 'ਚ ਕਮੀ ਹੋ, ਚਾਹੇ ਜਿੱਡਾ ਮਰਜੀ ਕਿਸੇ ਜਥੇਬੰਦੀ ਦਾ ਪ੍ਰਚਾਰਕ ਹੈ, ਸਾਨੂੰ ਕਹਿਣਾ ਚਾਹੀਦਾ ਵੀ ਇਹਦੇ 'ਚ ਕਮੀ ਹੈ। ਇਹ ਨਹੀਂ ਕਿ ਉਹਦੇ ਉਪਾਸ਼ਕ ਹੋ ਜਾਏਗੀ, ਉਹ ਤਾਂ ਫਿਰ ਸ਼ਖਸੀ ਪੂਜਾ ਹੋ ਗਈ ਨਾ ਵੀ ਜੀ। ਇਹ ਗੱਲ ਸਮਝਣੀ ਪੈਣੀ ਬਿਲਕੁਲ ਵੀ ਉਹਦੀ ਵਿਚਾਰ ਨਾਲ ਜੁੜੋ, ਉਹਦੀ ਵਿਚਾਰ ਕੀ ਕਹਿੰਦੀ ਹੈ, ਵਿਚਾਰ ਨਾ ਕਿ ਉਹਦੇ ਸਰੀਰ ਤੱਕ ਸੀਮਤ ਹੋ ਜਾਈਏ। ਹੁਣ ਰਹਿਣਾ ਹੀ ਉਹਦੇ ਕੋਲ ਆ, ਉਹਦੇ ਮਗਰ ਹੀ ਤੁਰੇ ਫਿਰਨਾ, ਉਹਦੇ ਨਾਲ ਹੀ ਤੁਰੇ ਫਿਰਨਾ। ਬਹੁਤੀਆਂ ਲੜਾਈਆਂ ਵੀ ਜੀ ਇਹਨਾਂ ਮਸਲਿਆਂ ਨੂੰ ਲੈ ਕੇ ਪੈ ਰਹੀਆਂ ਤੇ ਗੁਰਬਾਣੀ ਦਾ ਕਨਸੈਪਟ ਕਿਤੇ ਹੋਰ ਰਹਿ ਗਿਆ। ਸੋ ਲਾਸਟ ਵਿੱਚ ਅਸੀਂ ਇਹੀ ਕਹਾਂਗੇ ਕਿ ਜੋ ਬਾਣੀ 'ਚ ਗੁਰੂ ਸਾਹਿਬ ਨੇ ਕਿਹਾ ਹੈ ਨਾ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ। ਹੁਣ ਇੱਥੇ ਵੀ ਵੀਰ ਜੀ ਮੈਂ ਬੇਨਤੀ ਕਰਾਂ ਕਿ ਅਰਥ ਜਿਹੜੇ ਕੀਤੇ ਜਾਂਦੇ ਨੇ ਕਿ ਆਪਣੇ ਗੁਰਦੁਆਰੇ ਆਓ, ਤੇ ਗੁਰੂ ਦਾ ਇਹ ਉਹ ਦੁਆਰਾ ਜਿਹੜਾ ਸਾਡੇ ਅੰਦਰ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਉੱਥੇ ਆਵਾਜ਼ ਵੱਜ ਰਹੀ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਸਿੱਖੋ ਪਿਆਰਿਓ। ਹੁਣ ਉਹ ਸਿੱਖਣਾ ਹੈ ਗਿਆਨ, ਅਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਫੋਲੋ ਕਰੀਏ, ਸੱਚ ਦੇ ਪਾਂਧੀ ਬਣੀਏ। ਇਹੀ ਸਾਡਾ ਠੀਕ ਹੈ ਜੀ। ਸਾਰਿਆਂ ਦਾ ਧੰਨਵਾਦ। ਗੱਲਾਂ ਬਹੁਤ ਹੈ, ਬਾਕੀ ਫੇਰ ਕਿਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਕਿਤੇ ਇਦਾਂ ਨਾਲ ਮਿਲ ਕੇ ਬੈਠ ਕੇ ਸਮਾਂ ਬੜਿਆ ਜ਼ਰੂਰ ਤੁਹਾਡੇ ਨਾਲ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।